ਕਿਹਾ ਜਾ ਰਿਹਾ ਕਿ ਇਸ ਸਾਲ ਤੋਂ ਇਦਾਂ ਦਾ ਕੁਝ ਹੋ ਗਿਆ ਕਿ ਆਟੋ ਰਿਫੰਡ ਨੂੰ ਬੰਦ ਕਰ ਦਿੱਤਾ ਗਿਆ। ਇਹ ਸਮਝਦੇ ਹਾਂ ਕਿ ਜਿਹੜਾ GST ਰਿਫੰਡ ਮਿਲ ਰਿਹਾ ਉਹ ਆਟੋਮੈਟਿਕ ਨਹੀਂ ਮਿਲ ਰਿਹਾ। ਉਹਦੇ ਦੋ ਤਰ੍ਹਾਂ ਦੇ ਰਿਫੰਡ ਆਪਾਂ ਕਰ ਸਕਦੇ ਹਾਂ, ਇੱਕ ਤਾਂ ਐਕਸਪੋਰਟਰਸ ਦਾ ਰਿਫੰਡ ਹੈ, ਇੱਕ ਨੌਨ ਐਕਸਪੋਰਟਰਸ ਦਾ। ਪੂਰੀਆਂ ਰਿਟਰਨਾਂ ਅਪ ਟੂ ਡੇਟ ਫਾਈਲ ਹੋਈਆਂ ਹੋਣੀਆਂ ਚਾਹੀਦੀਆਂ ਨੇ ਤਾਂ ਜਾ ਕੇ ਉਹਨੂੰ ਰਿਫੰਡ ਮਿਲਦਾ। ਇਸ ਕਰਕੇ ਉਹ ਆਟੋਮੈਟਿਕ ਤਾਂ ਨਹੀਂ ਕਹਿ ਸਕਦੇ, ਲੇਕਿਨ ਆਫਟਰ ਕੰਪਲੀਟ ਵੈਰੀਫਿਕੇਸ਼ਨ ਰਿਫੰਡ ਜਾਰੀ ਹੁੰਦੇ ਨੇ। ਐਕਸਪੋਰਟਰਸ ਜਾਂ ਕਈ GST ਜਿਹੜੇ ਟੈਕਸ ਪੇ ਕਰਦੇ, ਟੈਕਸ ਪੇਅਰ ਇਹ ਕਹਿ ਰਹੇ ਕਿ ਸਾਡਾ ਰਿਫੰਡ ਡਿਲੇ ਹੋ ਰਿਹਾ, ਇੱਦਾਂ ਦੀ ਕੋਈ ਗੱਲ ਨਹੀਂ। ਬਿੱਲ ਦੇ ਵਿੱਚ GST ਲਗਾਇਆ ਜਾਂ ਨਹੀਂ ਲਗਾਇਆ, ਅਸੀਂ ਤੁਹਾਡਾ ਹੋਲਡ ਕਰਾਂਗੇ ਰਿਫੰਡ। ਉਹਨਾਂ ਨੇ ਉਹ ਰਿਫੰਡ ਹੋਲਡ ਕੀਤੇ ਹੋਏ ਨੇ, ਉਹਨਾਂ ਦੀ ITC ਪਹਿਲਾਂ ਵੈਰੀਫਾਈ ਹੋਏਗਾ ਤੇ ਫਿਰ ਹੋਏਗਾ। ਤੇ 1 ਮਹੀਨਾ ਦਾ ਪਹਿਲਾਂ ਹੀ ਅਸੀਂ ਲੇਟ ਹੋ ਗਏ। ਉਸ ਤੋਂ ਬਾਅਦ ਸਰਕਾਰ ਨੇ ਉਹਦੇ ਵਿੱਚ ਆਪਣਾ 60 ਦਿਨ ਦਾ ਟਾਈਮ ਮੰਗਿਆ ਹੋਇਆ। ਜਦ ਤੱਕ ਉਹਨਾਂ ਨੂੰ 60 ਦਿਨ ਕੰਪਲੀਟ ਨਹੀਂ ਹੋਣਗੇ ਉਸ ਤੋਂ ਪਹਿਲਾਂ ਉਹ ਨਾਰਮਲੀ ਰਿਫੰਡ ਨਹੀਂ ਦਿੰਦੇ। ਪਹਿਲਾਂ ਇਹ ਰਿਫੰਡ ਜਲਦੀ ਮਿਲਦਾ ਸੀ। ਗੱਲ ਇਹ ਹੈ ਕਿ ਜਦੋਂ GST ਆਇਆ ਸੀਗਾ ਉਹਦੇ ਵਿੱਚ ਪ੍ਰੋਵੀਜ਼ਨ ਸੀਗੀ ਕਿ ਤੁਸੀਂ ਰਿਟਰਨ ਭਰੋ, 10, 15, 20 ਦਿਨ ਦੇ ਵਿੱਚ ਸਰਕਾਰ ਤੁਹਾਨੂੰ ਰਿਫੰਡ ਦੇ ਦੇਗੀ, ਪਰ ਉਹ ਸਿਸਟਮ ਕਦੀ ਸ਼ੁਰੂ ਹੀ ਨਹੀਂ ਹੋਈ। ਨੰਬਰ ਆਫ ਰਿਟਰਨਸ ਉਹ ਵਧਾ ਦਿੱਤੀਆਂ ਗਈਆਂ ਸਾਲ ਦੇ ਵਿੱਚ, ਕਿਤੇ ਪਹਿਲਾਂ ਸ਼ਾਇਦ 1-2 ਸੀਗੀਆਂ, ਹੁਣ 7-8 ਕਰ ਦਿੱਤੀਆਂ। ਕੁਛ ਇੱਦਾਂ ਦੀ ਵੀ ਗੱਲ ਹੈ ਸਰ। ਜਦੋਂ ਮਾਲ ਵੇਚੇਗਾ ਦੂਸਰੇ ਬੰਦੇ ਨੂੰ ਉਹਦਾ ITC ਦਾ ਕ੍ਰੈਡਿਟ ਜਾਂ ਰਿਫੰਡ ਉਹਦਾ ਉਦੋਂ ਹੀ ਮਿਲੇਗਾ ਜਦੋਂ ਪੁਰਾਣਾ ਬੰਦਾ ਜਿਹਨੇ ਸੈਲਰ ਹੈ ਜਿਹੜਾ ਛੋਟਾ ਹੈ, ਜੇ ਉਹ ਆਪਣੀ ਰਿਟਰਨ ਅਪਲੋਡ ਕਰ ਦੇਗਾ। ਤੇ ਉਹ ਛੋਟੇ ਬੰਦੇ ਨੂੰ ਵੀ ਹੁਣ ਆਪਣੇ ਬਿਜ਼ਨਸ ਦੇ ਵਿੱਚ ਸਰਵਾਈਵ ਕਰਨ ਲਈ ਮੰਥਲੀ ਰਿਟਰਨਾਂ ਭਰਨੀਆਂ ਪੈ ਰਹੀਆਂ ਨੇ। ਬੰਦੇ ਕਹਿੰਦੇ ਕਿ ਸਾਨੂੰ ਸਰਵਿਸਿਜ਼ ਦੀ ਐਵਰੇਜ ਦੇ ਵਿੱਚ ਕੁਝ ਸਾਨੂੰ ਇਹ ਸ਼ਾਇਦ ਨਹੀਂ ਮਿਲਦਾ, ਇੱਦਾਂ ਦੀ ਵੀ ਕੋਈ ਸਰ ਗੱਲਾਂ ਹੈ ਕਿ ਇਨਪੁਟ ਨਹੀਂ ਮਿਲ ਪਾਉਂਦਾ। ਤੇ ਇਸ ਕੇਸ 'ਚ ਇਹ ਨਹੀਂ ਸਮਝ ਲੱਗਦਾ ਕਿ ਜਦ ਗੁੱਡਸ ਐਂਡ ਸਰਵਿਸ ਟੈਕਸ ਹੈਗਾ ਤੇ ਫਿਰ ਗੁੱਡਸ ਦਾ ਤਾਂ ਆਪਾਂ ਆਪਣਾ ਰਿਫੰਡ ਦੇ ਰਹੇ ਹਾਂ, ਸਰਵਿਸਿਜ਼ ਦਾ ਕਿਉਂ ਨਹੀਂ ਦੇ ਰਹੇ? ਇਹ ਤੋਂ ਇਹਨਾਂ ਨੇ ਆਪਸ਼ਨ ਹੀ ਨਹੀਂ ਰੱਖੀ ਜਾਂ ਮਤਲਬ ਰੋਕੀ ਹੋਈ ਹੈ? ਨਹੀਂ, ਇਹ ਸ਼ੁਰੂ ਤੋਂ ਆਪਸ਼ਨ ਹੀ ਨਹੀਂ ਰੱਖੀ, ਉਹਦੇ ਵਿੱਚ ਇਨਪੁਟ ਵਰਡ ਯੂਜ਼ ਕੀਤਾ ਹੋਇਆ। ਤੇ ਜੇ ਪ੍ਰੋਪਰ ਵੈਰੀਫਿਕੇਸ਼ਨ ਤੇ ਪਾਇਆ ਜਾਂਦਾ ਕਿ ਸਰਵਿਸਿਜ਼ ਬਿਲਕੁਲ ਠੀਕ ਨੇ ਤਾਂ ਉਹਦੇ ਉੱਤੇ ਵੀ ਰਿਫੰਡ ਦਿੱਤਾ ਜਾਣਾ ਚਾਹੀਦਾ, ਜਿਹੜਾ ਕਿ ਉਹਦਾ ਹੱਕ ਬਣਦਾ ਡੀਲਰ। ਪਿੱਛੇ ਇੱਕ ਤੁਹਾਡੇ CA ਦੀ ਹੀ ਕਿਸੇ ਦੀ ਬਾਈਟ ਵੀ ਆਈ ਸੀ, ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋਈ। ਉਹਨਾਂ ਨੇ ਬਲੇਮ ਕੀਤਾ ਸੀਗਾ ਕਿ ਜਿਸ ਚੀਜ਼ਾਂ ਨੂੰ ਜੋ ਖੂਬਸੂਰਤੀ ਦਿਖਾ ਕੇ GST ਦੀ ਉਹਨੂੰ ਇੰਪਲੀਮੈਂਟ ਕੀਤਾ ਗਿਆ ਸੀ, ਅੱਜ ਉਹ ਸਾਰਾ ਕੁਝ ਬੇਸ ਹੀ ਚੇਂਜ ਕਰ ਦਿੱਤਾ ਗਿਆ ਹੈ। ਕੁਝ ਲੋਕਾਂ ਦੀ ਗਲਤ ਯੂਜ਼ ਨਾਲ ਆਪਾਂ ਇਹ ਸਮਝਦੇ ਹਾਂ ਕਿ ਇਹ ਚੀਜ਼ਾਂ ਬਾਰ-ਬਾਰ ਸਰਕਾਰ ਨੂੰ ਇਹਦੇ 'ਚ ਚੇਂਜਿਸ ਕਰਨੀਆਂ ਪੈ ਰਹੀਆਂ ਨੇ। ਗਵਰਨਮੈਂਟ ਬਿਲਿੰਗ ਦਾ ਇੱਕ ਮਾਮਲਾ ਆਇਆ ਸੀ ਕਿ ਬਹੁਤ ਕਰੋੜਾਂ ਰੁਪਏ ਦਾ ਟੈਕਸ ਚੋਰੀ ਹੋ ਗਿਆ, ਤਾਂ ਉਸ ਚੀਜ਼ਾਂ ਨੂੰ ਲੈ ਕੇ ਗਵਰਨਮੈਂਟ ਨੂੰ ਬਾਰ-ਬਾਰ ਇਹਦੇ 'ਚ ਲਾਅ ਦੇ ਵਿੱਚ ਅਮੈਂਡਮੈਂਟ ਕਰਨੀ ਪੈ ਰਹੀ ਹੈ। ਕਿਹਾ ਗਿਆ ਸੀ 1 ਨੇਸ਼ਨ 1 ਟੈਕਸ 1, ਠੀਕ ਹੈ, ਪਰ ਫਿਰ ਟੈਕਸੇਸ਼ਨ ਦੀ ਇੰਨੀ ਵੇਰੀਏਸ਼ਨ ਕਿਉਂ? 12 ਜਾਂ 18 ਜਿਹੜੀਆਂ ਸਲੈਬ ਹੈ ਉਹਨੂੰ ਇੱਕ ਕੀਤਾ ਜਾ ਸਕਦਾ ਹੈ। ਅਸੀਂ ਇਹ ਨਹੀਂ ਕਹਿ ਸਕਦੇ ਕਿ ਗੱਡੀ ਦੇ ਵੀ 5 ਕਰ ਦਿਓ, ਕੱਪੜੇ ਦੇ ਵੀ 5 ਕਰ ਦਿਓ, ਇਹ ਪੋਸੀਬਲ ਨਹੀਂ ਹੈ। ਪਰ ਇੱਕ ਟੈਕਸ, ਇੱਕ ਰੇਟ ਆਫ ਟੈਕਸ ਤੱਕ ਕਦੀ ਵੀ ਆਪਣੀ ਇੰਡੀਆ ਵਰਗੀ ਕੰਟਰੀ 'ਚ ਜਿੱਥੇ ਅਮੀਰ ਲੋਕ ਵੀ ਨੇ, ਗਰੀਬ ਵੀ ਨੇ, ਉਹ ਸਾਰਿਆਂ ਦਾ ਅਗਰ ਧਿਆਨ ਰੱਖਣਾ ਤਾਂ ਤੁਹਾਨੂੰ ਰੇਟ ਆਫ ਟੈਕਸ ਆਈਟਮ ਵਾਈਜ਼, ਨੈਸੈਸਿਟੀ ਵਾਈਜ਼ ਇਹ ਅਲੱਗ-ਅਲੱਗ ਹੀ ਰੱਖਣੇ ਪੈਣ। ਫਿਲਹਾਲ ਸਰਕਾਰ ਇਸ 605 'ਚ ਹੈ ਕਿ ਕਿਸ ਲੈਵਲ ਦੇ ਉੱਤੇ ਇਹਨੂੰ ਸੈਟਲ ਕੀਤਾ ਜਾਏ। ਮੇਬੀ 12 ਔਰ 16 ਦੇ ਦਰਮਿਆਨ 15% ਇੱਕ ਐਸਾ ਟੈਕਸ ਰੇਟ ਨਿਕਲ ਰਿਹਾ ਹੈ ਜਿਹੜਾ ਕਿ ਕਾਮਨ ਆ ਸਕਦਾ ਹੈ, ਜਿਹਦੇ 'ਚ 18 ਔਰ 12 ਨੂੰ ਹਟਾ ਕੇ 15 ਕੀਤਾ ਜਾਏ। जन हितैषी देख रहे दर्शकों का स्वागत है जन जन की बात जन हितैषी के साथ। दोस्तों मैं संदीप शर्मा एक बार फिर तुहाडे नाल रूबरू हो रहे हैं तो अज असीं गलबात करांगे GST के मामले च। जी हाँ, गुड्स एंड सर्विसेज टैक्स जिहड़ा कि 1 नेशन 1 टैक्स से कह के एक लागू किया गया सी देश दे विच। सो ਜਦੋਂ ਇਹ ਲਾਗੂ ਕੀਤਾ ਗਿਆ ਸੀ ਤੇ ਬੜੇ ਸਾਰੀਆਂ ਚੀਜ਼ਾਂ ਦਸੀਆਂ ਗਈਆਂ ਸੀ, ਇਹਦੇ ਬੜੇ ਬੈਨੀਫਿਟਸ ਦੱਸੇ ਗਏ ਸੀਗੇ ਕਿ ਇਹਦੇ ਨਾਲ ਇੱਦਾਂ ਹੋਏਗਾ ਔਰ ਬਹੁਤ ਸਾਰੀ ਇਹਨੇ ਟੈਕਸ ਪ੍ਰਣਾਲੀ ਨੂੰ ਸਮੂਥ ਵੀ ਕੀਤਾ। ਪਰ ਹੁਣ ਜਦੋਂ ਇਹ ਲਾਗੂ ਹੋ ਚੁੱਕਾ ਹੈ, ਲੋਕ ਇਹਨੂੰ ਇੰਪਲੀਮੈਂਟ ਕਰ ਚੁੱਕੇ ਹੈ, ਸੋ ਹੁਣ ਪਰ ਬਹੁਤ ਸਾਰੀਆਂ ਚੀਜ਼ਾਂ ਚੇਂਜਿਸ ਇੱਥੇ ਸੁਣਨ ਨੂੰ ਮਿਲ ਰਹੀਆਂ कि बहुत सारिया, क्योंकि वो हजे कन्फर्मेशन नहीं है। सो असी अज तुहानू 2 एक्सपर्ट्स के नाल मिला रहे हैं, टैक्स एक्सपर्ट्स के नाल GST के। सो इन्हां नाल असी मिला रहे हैं, इन्हों पुछते हैं वो सारिया कन्फ्यूजनस ताकि लोगों तक ये कन्फ्यूजनस ना रहन। गलबात करते हैं CA अशोक भाटिया जी एंड CA सर, आपका नाम? सनी नरूला। सनी नरूला जी। सो नरूला जी तो भाटिया जी के नाल गलबात करांगे। इन्हों पुछते हैं सर, सब तो पहला मेरा भाटिया जी तुहाडे तो क्वेश्चन है कि कहा जा रहा है कि GST का जिहड़ा एक ऑटो रिफंड हुंदा सीगा, जिहड़ी सब तो वधिया चीज़ इहदी दसी गई सी कि ऑटो रिफंड आएगा, सब कुछ लाएगा, सरकारी जिहड़ी हैगी अफसरशाही खत्म होएगी। कहा जा रहा है कि इस साल तो इदां दा कुछ हो गया कि ऑटो रिफंड नूं बंद कर दिता गया, कि ये सही है? नमस्कार जी।
ਸਰ ਇਹ ਐਕਚੁਅਲੀ ਆਟੋ ਰਿਫੰਡ ਜਿਹੜਾ ਵਰਡ ਯੂਜ਼ ਤੁਸੀਂ ਕਰ ਰਹੇ ਹੋ ਐਗਜ਼ੈਕਟਲੀ ਉੱਦਾਂ ਤਾਂ ਨਹੀਂ ਹੈ, ਲੇਕਿਨ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜਾ GST ਦੇ ਵਿੱਚ ਰਿਫੰਡ ਮਿਲਣ ਦਾ ਪ੍ਰਕਿਰਿਆ ਹੈ, ਕਿਉਂਕਿ GST ਨਵਾਂ ਲਾ ਹੈ ਔਰ ਉਸ ਚੀਜ਼ ਨੂੰ ਦੇਖਦਿਆਂ ਹੋਇਆਂ ਆਪਾਂ ਇਹ ਸਮਝਦੇ ਹਾਂ ਕਿ ਜਿਹੜਾ GST ਰਿਫੰਡ ਮਿਲ ਰਿਹਾ ਉਹ ਆਟੋਮੈਟਿਕ ਨਹੀਂ ਮਿਲ ਰਿਹਾ। ਉਹਦੇ ਦੋ ਤਰ੍ਹਾਂ ਦੇ ਰਿਫੰਡ ਆਪਾਂ ਕਰ ਸਕਦੇ ਹਾਂ, ਇੱਕ ਤਾਂ ਐਕਸਪੋਰਟਰਸ ਦਾ ਰਿਫੰਡ ਹੈ, ਇੱਕ ਨੋਨ ਐਕਸਪੋਰਟਰਸ ਦਾ। ਜਿਹੜਾ ਨੋਨ ਐਕਸਪੋਰਟਰਸ ਦਾ ਰਿਫੰਡ ਹੈ ਉਹਦੇ 'ਚ ਅਸੀਂ ਆਟੋਮੈਟਿਕ ਉਹਨੂੰ ਸਮਝ ਸਕਦੇ ਹਾਂ ਜਾਂ ਕਹਿ ਸਕਦੇ ਹਾਂ ਜਿਹੜਾ ਐਕਸਪੋਰਟਰਸ ਦਾ ਰਿਫੰਡ ਹੈ ਔਰ ਜੇ ਉਹ IGST ਪੇ ਕਰਕੇ ਰਿਫੰਡ ਅਪਲਾਈ ਕਰਦਾ ਤਾਂ ਉਸ ਕੇਸ ਦੇ ਵਿੱਚ ਕਸਟਮ ਤੋਂ ਦਾ ਰਿਫੰਡ ਆਟੋਮੈਟਿਕਲੀ ਨਿਕਲ ਜਾਏਗਾ ਔਰ ਉਹ ਸ਼ਿਪਿੰਗ ਬਿੱਲ ਦੇ ਬੇਸ ਦੇ ਉੱਤੇ ਔਰ ਉਹ ਆਟੋਮੈਟਿਕ ਹੈ। ਆਪਾਂ ਨੂੰ ਟੂ ਦੈਟ ਐਕਸਟੈਂਟ ਅਸੀਂ ਉਹਨੂੰ ਆਟੋਮੈਟਿਕ ਕਹਿ ਸਕਦੇ ਹਾਂ। ਹਾਲਾਂਕਿ ਉਹਦੇ 'ਚ ਇੱਕ ਇਸ਼ੂ ਜ਼ਰੂਰ ਨਾਲ ਨਿਕਲਦਾ ਹੈ ਕਿ ਇਨਵਰਟਿਡ ਡਿਊਟੀ ਦੇ ਮਾਮਲੇ ਦੇ ਵਿੱਚ ਜੇ ਕੋਈ ਉਹਦਾ ਰਿਫੰਡ ਹੈ ਤਾਂ ਉਹਨੂੰ ਉਹਦੇ ਰਿਫੰਡ ਦੇ ਉੱਤੇ ਉਹ ਨਹੀਂ ਮਿਲਣਾ, ਕਿਉਂਕਿ ਐਕਸਪੋਰਟਰ ਨੂੰ ਰਿਫੰਡ ਇੱਕ ਹੀ ਮਿਲਣਾ ਆਈਦਰ ਐਜ਼ ਐਕਸਪੋਰਟਰ ਔਰ ਐਜ਼ ਇਨਵਰਟਿਡ ਡਿਊਟੀ ਸਟਰਕਚਰ 'ਚ ਜੇ ਕੋਈ ਉਹਨੂੰ ਮਿਲਣਾ ਹੋਇਆ। ਦੂਸਰਾ ਰਿਫੰਡ ਜਿਹੜਾ ਹੈਗਾ ਉਹ ਮਿਲੇਗਾ ਨੋਨ ਐਕਸਪੋਰਟਰ ਨੂੰ। ਜਿਹੜਾ ਨੋਨ ਐਕਸਪੋਰਟਰ ਨੂੰ ਜਿਹੜਾ ਰਿਫੰਡ ਹੈ ਉਹ ਮੇਨਲੀ ਜਿਹੜਾ ਮਿਲਣਾ ਹੈ ਉਹ ਇਨਵਰਟਿਡ ਡਿਊਟੀ ਸਟਰਕਚਰ ਦਾ ਮਿਲਣਾ ਹੈ ਉਹਨੂੰ ਰਿਫੰਡ। ਜੇ ਡਿਫਰੈਂਸਿਸ ਨੇ ਜਾਂ ਅਨਯੂਟੀਲਾਈਜ਼ਡ ITC ਜੇ ਉਹਦਾ ਕੋਈ ਖੜਾ ਹੈ ਉਹਦਾ ਰਿਫੰਡ ਮਿਲੇਗਾ। ਹੁਣ ਇਹ ਜਿਹੜਾ ਰਿਫੰਡ ਹੈ ਇਹ ਬਿਲਕੁਲ ਹੀ ਆਪਾਂ ਨੋਨ ਆਟੋਮੈਟਿਕ ਕਵਾਂਗੇ। ਕਾਰਨ ਕੀ ਹੈ ਕਿ ਇਹ ਪੂਰੀ ਐਪਲੀਕੇਸ਼ਨ ਉਹਦੀ ਲੱਗੇਗੀ, ਉਹਦੇ ਨਾਲ ਡਿਜ਼ਾਇਰਡ ਡਾਕੂਮੈਂਟਸ ਲੱਗਣਗੇ, ਫਿਰ ਉਹਦੀ ਕੰਪਲੀਟ ਵੈਰੀਫਿਕੇਸ਼ਨ ਹੋਏਗੀ ਔਰ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਜੇ ਉਹਦੇ ਕੇਸ ਦੇ ਵਿੱਚ ਐਪਲੀਕੇਸ਼ਨ ਸਹੀ ਪਾਈ ਜਾਂਦੀ ਹੈ ਨੋਨ ਐਕਸਪੋਰਟਰ ਦੇ ਕੇਸ ਦੇ ਵਿੱਚ ਤਾਂ ਫਿਰ ਉਹਨੂੰ ਅਨਯੂਟੀਲਾਈਜ਼ਡ ITC ਦਾ ਜਾਂ ਇਨਵਰਟਿਡ ਡਿਊਟੀ ਸਟਰਕਚਰ ਦੇ ਨਾਲ ਜਿਹੜੀ ਅਮਾਊਂਟ ਐਕਮੂਲੇਟ ਹੋਈ ਹੈ ITC ਦੀ ਉਹਨੂੰ ਰਿਫੰਡ ਜਾਰੀ ਕੀਤਾ ਜਾਂਦਾ ਹੈ। ਲੇਕਿਨ ਇਸ ਸਾਰੇ ਪ੍ਰੋਸੈਸ ਦੇ ਵਿੱਚ ਟਾਈਮ ਵੀ ਲੱਗਦਾ ਹੈ ਔਰ ਜਗ੍ਹਾ ਜਗ੍ਹਾ ਤੋਂ ਇਨਫੋਰਮੇਸ਼ਨ ਕਲੈਕਟ ਕਰਕੇ ਵੈਰੀਫਿਕੇਸ਼ਨ ਵੀ ਹੁੰਦੀ ਹੈ, ਉਹਦੀਆਂ ਪੂਰੀਆਂ ਰਿਟਰਨਾਂ ਵੈਰੀਫਾਈ ਕੀਤੀਆਂ ਜਾਂਦੀਆਂ ਨੇ, ਔਨਲਾਈਨ ਡਾਟਾ ਚੈੱਕ ਕੀਤਾ ਜਾਂਦਾ ਜਿਨ੍ਹਾਂ ਕੋਲ ਉਹਨਾਂ ਦੇ ਪਰਚੇਜ਼ ਕੀਤੀ ਹੈ, ਪਰਚੇਜ਼ ਦੇ ਬਿਲਸ ਦਿੱਤੇ ਜਾਂਦੇ ਨੇ, ਪੂਰੀ ਉਹਦੀ ਲਿਸਟਾਂ ਦਿੱਤੀਆਂ ਜਾਂਦੀਆਂ ਨੇ ਔਰ ਖੁਦ ਉਹਦੀ ਪੂਰੀਆਂ ਰਿਟਰਨਾਂ ਅਪ ਟੂ ਡੇਟ ਫਾਈਲ ਹੋਈਆਂ ਹੋਣੀਆਂ ਚਾਹੀਦੀਆਂ ਨੇ ਤਾਂ ਜਾ ਕੇ ਉਹਨੂੰ ਰਿਫੰਡ ਮਿਲਦਾ ਹੈ। ਇਸ ਕਰਕੇ ਉਹ ਆਟੋਮੈਟਿਕ ਤਾਂ ਨਹੀਂ ਕਹਿ ਸਕਦੇ, ਲੇਕਿਨ ਆਫਟਰ ਕੰਪਲੀਟ ਵੈਰੀਫਿਕੇਸ਼ਨ ਰਿਫੰਡ ਜਾਰੀ ਹੁੰਦੇ ਨੇ। ਲੇਕਿਨ ਜਿਹੜਾ ਤੁਸੀਂ ਇਹ ਗੱਲ ਕਹੀਏ ਕਿ ਆਟੋਮੈਟਿਕ, ਤਾਂ ਆਟੋਮੈਟਿਕ ਸ਼ਬਦ ਆਪਾਂ ਸਿਰਫ ਐਕਸਪੋਰਟਰਸ ਦੇ ਕੇਸ ਦੇ ਵਿੱਚ ਸ਼ਿਪਿੰਗ ਬਿਲ ਬੇਸਡ ਜਿਹੜਾ IGST ਲੱਗਿਆ ਹੋਇਆ ਰਿਫੰਡ ਹੈ ਉਹ ਮਿਲੇਗਾ ਤਾਂ ਉਹਨੂੰ ਅਸੀਂ ਟੂ ਦੈਟ ਐਕਸਟੈਂਟ ਅਸੀਂ ਆਟੋਮੈਟਿਕ ਕਹਿ ਸਕਦੇ ਹਾਂ। ਇਹ GST ਰਿਫੰਡ ਦੇ ਮਾਮਲੇ ਦੇ ਵਿੱਚ ਇਹ ਸਿਲਸਿਲਾ ਇਹਦਾ ਹੈਗਾ। ਠੀਕ ਹੈ, ਤੇ ਗੱਲਬਾਤ ਕਰਾਂਗੇ ਨਰੂਲਾ ਜੀ ਨੂੰ। ਨਰੂਲਾ ਜੀ ਇੱਕ ਚੀਜ਼ ਦੱਸੋ, ਇਹਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਹੁਣ ਕਈ ਐਕਸਪੋਰਟਰਸ ਜਾਂ ਕਈ GST ਜਿਹੜੇ ਟੈਕਸ ਪੇ ਕਰਦੇ, ਟੈਕਸ ਪੇਅਰ ਇਹ ਕਹਿ ਰਹੇ ਕਿ ਸਾਡਾ ਰਿਫੰਡ ਡਿਲੇ ਹੋ ਰਿਹਾ, ਇੱਦਾਂ ਦੀ ਕੋਈ ਗੱਲ ਵੀ ਹੈ? ਸਰ ਡੀਲੇ ਕੁਝ ਐਕਸਪੋਰਟਰਸ ਦੇ ਕੇਸ 'ਚ ਤਾਂ ਇੱਦਾਂ ਹੈ ਕਿ ਸਰਕਾਰ ਨੇ ਇੱਕ ਰਿਸਕੀ ਐਕਸਪੋਰਟਰਸ ਦੀ ਲਿਸਟ ਬਣਾਈ ਹੈ। ਉਸ ਕੇਸ 'ਚ ਉਹ ਕਹਿੰਦੇ ਕਿ ਤੁਹਾਡਾ ITC ਅਸੀਂ ਵੈਰੀਫਾਈ ਕਰਾਂਗੇ, ਚਾਹੇ ਤੁਸੀਂ ITC ਲਗਾਇਆ ਚਾਹੇ ਨਹੀਂ ਲਗਾਇਆ, ਅਬ ਬਿੱਲ ਦੇ ਵਿੱਚ GST ਲਗਾਇਆ ਜਾਂ ਨਹੀਂ ਲਗਾਇਆ, ਅਸੀਂ ਤੁਹਾਡਾ ਹੋਲਡ ਕਰਾਂਗੇ ਰਿਫੰਡ। ਉਹਨਾਂ ਨੇ ਉਹ ਰਿਫੰਡ ਹੋਲਡ ਕੀਤੇ ਹੋਏ ਨੇ, ਉਹਨਾਂ ਦੀ ITC ਪਹਿਲਾਂ ਵੈਰੀਫਾਈ ਹੋਏਗਾ ਤੇ ਫਿਰ ਹੋਏਗਾ। ਤੇ ਜਿਹੜੇ ਅਦਰ ਦੈਨ ਐਕਸਪੋਰਟਰ ਨੇ ਜਿਹੜੇ ਇਨਵਰਟਿਡ ਡਿਊਟੀ ਸਟਰਕਚਰ ਨੇ ਉਸ ਕੇਸ ਦੇ ਵਿੱਚ ਰਿਫੰਡ ਐਸ ਸੱਚ ਕੋਈ ਡਿਲੇ ਨਹੀਂ ਹੋ ਰਹੇ, ਪਰ ਉਹਦੇ 'ਚ ਪ੍ਰਕਿਰਿਆ ਹੀ ਜਾਂ ਪੂਰੀ ਕੀ ਹੈ ਜੋ ਸਿਸਟਮ ਜੋ ਬਣਿਆ ਹੋਇਆ ਕਿ ਆਪਾਂ ਰਿਟਰਨਾਂ ਭਰਾਂਗੇ ਕਿਸੇ ਵੀ ਮੰਥ ਦਾ। ਮੰਨ ਲਓ ਸਪੋਜ਼ ਕਰੋ April ਮੰਥ ਦਾ ਰਿਫੰਡ ਹੈ ਤੇ ਅਸੀਂ April ਮੰਥ ਦੀਆਂ R1 GST R1 3 ਵੀ ਭਰਾਂਗੇ, ਆਪਣੇ 2A ਨਾਲ ਪੂਰਾ ਰੀਕਨਸਾਈਲ ਕਰਾਂਗੇ ਤੇ ਅਸੀਂ ਉਹਨੂੰ ਰਿਫੰਡ ਨੂੰ ਲਗਾਵਾਂਗੇ। ਮੰਨ ਲਓ ਜੀ April ਦਾ ਅਸੀਂ ਕੋਈ ਰਿਫੰਡ ਲੈਣਾ ਹੈ ਅਗਰ April ਮੰਥ ਦਾ, ਤੇ ਅਸੀਂ ਉਹਦੀ ਰਿਫੰਡ ਦੀ ਫਾਈਲ ਮਈ ਮਹੀਨੇ ਦੇ ਬਿਲਕੁਲ ਲਾਸਟ ਵਿੱਚ ਜਾਂ ਜੂਨ ਦੇ ਫਸਟ ਵੀਕ 'ਚ ਹੀ ਲਗਾ ਸਕਦੇ ਹਾਂ। ਉਸ ਤੋਂ ਪਹਿਲਾਂ ਅਸੀਂ ਉਹਦੀ ਫਾਈਲ ਹੀ ਨਹੀਂ ਲਗਾ ਸਕਦੇ ਤੇ 1 ਮਹੀਨਾ ਤਾਂ ਪਹਿਲਾਂ ਹੀ ਅਸੀਂ ਲੇਟ ਹੋ ਗਏ। ਉਸ ਤੋਂ ਬਾਅਦ ਸਰਕਾਰ ਨੇ ਉਹਦੇ ਵਿੱਚ ਆਪਣਾ 60 ਦਿਨ ਦਾ ਟਾਈਮ ਮੰਗਿਆ ਹੋਇਆ। ਜਦ ਤੱਕ ਉਹਨਾਂ ਨੂੰ 60 ਦਿਨ ਕੰਪਲੀਟ ਨਹੀਂ ਹੋਣਗੇ ਉਸ ਤੋਂ ਪਹਿਲਾਂ ਉਹ ਨਾਰਮਲੀ ਰਿਫੰਡ ਨਹੀਂ ਦਿੰਦੇ। ਮਤਲਬ ਨਾਰਮਲੀ ਉਹ 50-55 ਦਿਨ ਉਹ ਵੀ ਲੈ ਲੈਂਦੇ ਨੇ। ਇਸ ਕਰਕੇ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਉਹਨਾਂ ਨੂੰ ਰਿਫੰਡ ਉਹਨਾਂ ਦਾ ਲੇਟ ਹੁੰਦਾ। ਸੋ ਪਹਿਲਾਂ ਇਹ ਰਿਫੰਡ ਜਲਦੀ ਮਿਲਦਾ ਸੀ? ਨਹੀਂ, ਐਕਚੁਅਲੀ ਸ਼ੁਰੂ ਤੋਂ ਹੀ ਇੱਦਾਂ ਹੀ ਮਿਲ ਰਿਹਾ, ਕੁਝ ਇੱਦਾਂ ਨਹੀਂ ਹੈ ਕਿ ਪਹਿਲਾਂ ਜਲਦੀ ਮਿਲ ਰਹੇ ਸੀਗੇ। ਗੱਲ ਇਹ ਹੈ ਕਿ ਜਦੋਂ GST ਆਇਆ ਸੀਗਾ ਉਹਦੇ ਵਿੱਚ ਪ੍ਰੋਵੀਜ਼ਨ ਸੀਗੀ ਕਿ ਤੁਸੀਂ ਰਿਟਰਨ ਭਰੋ 10-15-20 ਦਿਨ ਦੇ ਵਿੱਚ ਸਰਕਾਰ ਤੁਹਾਨੂੰ ਰਿਫੰਡ ਦੇ ਦੇਗੀ, ਪਰ ਉਹ ਸਿਸਟਮ ਕਦੀ ਸ਼ੁਰੂ ਹੀ ਨਹੀਂ ਹੋਏ ਕਿ ਆਟੋਮੈਟਿਕ ਮੰਨ ਲਓ ਤੁਸੀਂ R1 3B ਜਾਂ ਜੋ ਵੀ ਉਦੋਂ ਰਿਟਰਨਾਂ ਸੀਗੀਆਂ ਕਿ 2A ਸਾਰਾ ਆਪਣੇ ਆਪ ਰੀਕਨਸਾਈਲ ਹੋਏਗਾ, ਤੁਹਾਡਾ ਜੋ ਬੈਲੈਂਸ ਨਿਕਲਦਾ ਹੋਏਗਾ ਤੁਹਾਨੂੰ ਚੁੱਪ ਕਰਕੇ ਤੁਹਾਡੇ ਅਕਾਊਂਟ 'ਚ ਪਾ ਦਿੱਤਾ ਜਾਏਗਾ ਆਟੋਮੈਟਿਕ ਤਰੀਕੇ ਨਾਲ, ਪਰ ਹਜੇ ਉਹ ਸਿਸਟਮ ਪੂਰਾ ਸ਼ੁਰੂ ਹੀ ਨਹੀਂ ਹੋਇਆ। ਠੀਕ ਹੈ ਜੀ, ਹਾਂਜੀ ਸਰ। ਉਹਦੇ 'ਚ ਖਾਸ ਤੌਰ ਦੇ ਉੱਤੇ ਜਿਸ ਤਰ੍ਹਾਂ GSTR 1 ਰਿਟਰਨ ਜਾਂਦੀ ਹੈ ਜਿਹਦੇ ਬੇਸ ਦੇ ਉੱਤੇ ਉਹਦਾ ਰਿਫੰਡ ਨਿਕਲ ਸਕਦਾ ਹੈ, ਉਹਦੀ ਵੈਰੀਫਿਕੇਸ਼ਨ ਜਿੰਨੀ ਦੇਰ ਤੱਕ GSTR 2 ਸ਼ੁਰੂ ਨਹੀਂ ਹੁੰਦੀ ਡਿਪਾਰਟਮੈਂਟ ਵੱਲੋਂ ਉਨੀ ਦੇਰ ਤੱਕ ਇਹ ਕਦੀ ਨਹੀਂ ਸਮਝਿਆ ਜਾ ਸਕਦਾ ਕਿ ਆਟੋਮੈਟਿਕ ਵੈਰੀਫਿਕੇਸ਼ਨ ਹੋਏਗੀ। ਜਦੋਂ GSTR 2 ਸ਼ੁਰੂ ਹੋ ਜਾਏਗੀ ਉਸ ਵੇਲੇ ਅਸੀਂ ਸਮਝਾਂਗੇ ਕਿ ਕੁਝ ਪੀਰੀਅਡ ਰਿਫੰਡ ਲਈ ਹੋਰ ਘੱਟ ਜਾਏਗਾ, ਪਰ ਫਿਲਹਾਲ ਨਹੀਂ।
एक चीज़ होर दसी जा रही है, स्टार्टिंग GST रिटर्नां घट सीगियां, हुण कहंदे है किया जा रहा है कि हुण हर महीने या इहदी GST रिटर्न भरन दी जिहड़ी नंबर ऑफ रिटर्नस वो वधा दित्तियां गईयां साल दे विच। किते पहलां शायद 1-2 सीगियां, हुण 7-8 कर दित्तियां। कुछ इदां दी भी गल है सर? नहीं, ऐसा सच 7-8 वाली गल तो नहीं है, पर इस तरीके नाल इहनूं समझिया जा सकता है कि कुछ छोटे असैसी जिहड़े हुंदे ने या डीलर जिहड़े हुंदे ने उन्हां नूं इह कहा गया कि तुसीं क्वार्टरली रिटर्न फाइल करो, और कुछ नूं मंथली रिटर्न फाइल करनी है। चॉइस जिहड़ी है वो डीलर दी अपनी है। पर प्रैक्टिकल जे देखा जाए तो हर वो बंदा जिहड़ा किसी नूं माल बेचेगा, ਜਦੋਂ ਮਾਲ ਵੇਚੇਗਾ ਦੂਸਰੇ ਬੰਦੇ ਨੂੰ ਉਹਦਾ ITC ਦਾ ਕ੍ਰੈਡਿਟ ਜਾਂ ਰਿਫੰਡ ਉਹਦਾ ਉਦੋਂ ਹੀ ਮਿਲੇਗਾ ਜਦੋਂ ਪੁਰਾਣਾ ਬੰਦਾ ਜਿਹਨੇ ਸੈਲਰ ਹੈ ਜਿਹੜਾ ਛੋਟਾ ਹੈ, ਜੇ ਉਹ ਆਪਣੀ ਰਿਟਰਨ ਅਪਲੋਡ ਕਰ ਦੇਗਾ। ਜਦੋਂ ਉਹ ਰਿਟਰਨ ਜੇ 3 ਮਹੀਨੇ ਬਾਅਦ ਅਪਲੋਡ ਕਰੇਗਾ ਤਾਂ ਦੂਸਰੇ ਬੰਦੇ ਨੂੰ ਕ੍ਰੈਡਿਟ ਔਰ ਰਿਫੰਡ 3 ਮਹੀਨੇ ਹੋਰ ਲੇਟ ਹੋ ਜਾਏਗਾ। ਇਸ ਕਰਕੇ ਹਰ ਬੰਦਾ ਇਹ ਚਾਹੁੰਦਾ ਹੈ ਕਿ ਮੈਂ ਉਸ ਬੰਦੇ ਨਾਲ ਡੀਲ ਕਰਾਂ ਜਿਹੜਾ ਮੰਥਲੀ ਰਿਟਰਨ ਭਰ ਰਿਹਾ, ਤਾਂ ਕਿ ਮੈਨੂੰ ਉਹਦਾ ਕ੍ਰੈਡਿਟ। ਛੋਟੇ ਬੰਦੇ ਨਾਲ ਕੰਮ ਨਹੀਂ ਕਰਨਾ ਚਾਹ ਰਿਹਾ ਜਿਨ੍ਹਾਂ 3 ਕੁਆਟਰ, ਮੈਂ ਉਹੀ ਪੁੱਛਣਾ ਚਾਹੁੰਦਾ ਸੀ। ਇਹ ਇਦਾਂ ਦੀ ਗੱਲਾਂ ਕਿਉਂ ਕੀਤੀਆਂ? ਇਸ ਕਰਕੇ ਉਹ ਛੋਟੇ ਬੰਦੇ ਨੂੰ ਵੀ ਹੁਣ ਆਪਣੇ ਬਿਜ਼ਨਸ ਦੇ ਵਿੱਚ ਸਰਵਾਈਵ ਕਰਨ ਲਈ ਮੰਥਲੀ ਰਿਟਰਨਾਂ ਭਰਨੀਆਂ ਪੈ ਰਹੀਆਂ ਨੇ, ਤਾਂ ਕਿ ਜਿਹੜੇ ਡੀਲਰ ਜਿਹੜੇ ਉਹਦੇ ਬਾਇਰ ਨੇ ਉਹ ਉਹਦੇ ਕੋਲੋਂ ਖਰੀਦਣ ਮਾਲ, ਨਾ ਕਿ ਕਿਸੇ ਹੋਰ ਕੋਲੋਂ ਖਰੀਦਣ। ਉਹ ਹਮੇਸ਼ਾ ਜਿਹੜਾ ਬਾਇਰ ਹੈ ਉਹ ਪ੍ਰੈਫਰ ਕਰੇਗਾ ਜਿਹਦੀ ਮੰਥਲੀ ਰਿਟਰਨ ਜਾਂਦੀ ਹੈ ਮੈਂ ਇਹਦੇ ਕੋਲੋਂ ਮਾਲ ਖਰੀਦਾਂ, ਨਾ ਕਿ ਮੈਂ ਉਹਦੇ ਕੋਲੋਂ ਉਹਦਾ ਇਨਪੁਟ ਕ੍ਰੈਡਿਟ ਮੈਨੂੰ ਜਲਦੀ ਮਿਲ ਜਾਏ, ਨਾ ਕਿ ਮੈਂ ਉਹਦੇ ਕੋਲੋਂ ਖਰੀਦਾਂ ਜਿਹਦਾ ਇਨਪੁਟ ਮੈਨੂੰ 3 ਮਹੀਨੇ ਬਾਅਦ ਮਿਲਣਾ। ਇਸ ਕਰਕੇ ਇੱਥੇ ਇੱਕ ਗੱਲ ਪੁੱਛਣਾ ਚਾਹਾਂਗਾ ਮੈਂ ਤੁਹਾਡੇ ਦੋਨਾਂ ਤੋਂ, ਵਾਰੀ ਸਿਰ ਪੁੱਛਦਾ। ਇਹਦੇ ਵਿੱਚ ਇਹ ਕਿਹਾ ਜਾਂਦਾ ਕਿ ਗੁੱਡਸ ਐਂਡ ਸਰਵਿਸਿਜ਼ ਟੈਕਸ ਦੀ ਫੁੱਲ ਫਾਰਮ ਕਹੀ ਜਾਂਦੀ ਹੈ, ਪਰ ਕਈ ਬੰਦੇ ਕਹਿੰਦੇ ਕਿ ਸਾਨੂੰ ਸਰਵਿਸਿਜ਼ ਦੀ ਐਵਜ਼ ਦੇ ਵਿੱਚ ਕੁਝ ਸਾਨੂੰ ਇਹ ਸ਼ਾਇਦ ਨਹੀਂ ਮਿਲਦਾ। ਇੱਦਾਂ ਦੀ ਵੀ ਕੋਈ ਸਰ ਗੱਲਾਂ ਹੈ ਕਿ ਇਨਪੁਟ ਨਹੀਂ ਮਿਲ ਪਾਉਂਦਾ? ਨਹੀਂ, ਹਾਂਜੀ, ਇਨਪੁਟ ਸਰ ਪੂਰਾ ਮਿਲਦਾ ਹੈ ਜੀ। ਜੇ ਤੁਸੀਂ ਕੋਈ ਵੀ ਗੁੱਡਸ ਜਾਂ ਕੋਈ ਵੀ ਸਰਵਿਸਿਜ਼ ਦੀ ਇਨਪੁਟ ਲਈ ਹੈ, ਮੰਨ ਲਓ ਮੈਂ ਮੈਨੂਫੈਕਚਰਰ ਹਾਂ ਇੱਕ, ਮੰਨ ਲਓ ਮੈਂ ਕੱਪੜਾ ਬਣਾਉਣਾ, ਮੈਂ ਯਾਨ ਖਰੀਦ ਕੇ ਲੈ ਆਇਆ, ਉਹਦਾ ਵੀ ਮਿਲ ਜੂਗਾ। ਮੈਂ ਕੋਈ ਸਰਵਿਸਿਜ਼ ਲਈਆਂ, ਡਾਈਇੰਗ ਯੂਨਿਟ ਤੋਂ ਸਰਵਿਸਿਜ਼ ਲਈਆਂ ਨੇ, ਮੈਂ ਕੋਈ ਜੋਬ ਵਰਕ ਬਾਹਰੋਂ ਕਰਾਇਆ ਹੈ, ਮੈਂ ਕੋਈ ਵਕੀਲ ਦੀ ਸਰਵਿਸਿਜ਼ ਲਈ ਹੈ, ਵਕੀਲ ਦੀ ਚਲੋ RCM ਹੁੰਦਾ, CA ਦੀ ਲਈ ਹੈ, ਆਰਕੀਟੈਕਟ ਕੀਤਾ, ਜਾਂ ਕੋਈ ਮਸ਼ੀਨਰੀ ਰਿਪੇਅਰ ਕਰਾਈ ਹੈ, ਮੈਂ ਟੈਕਨੀਕਲ ਸਰਵਿਸਿਜ਼ ਲਈਆਂ ਨੇ, ਉਸ ਕੇਸ 'ਚ ਮੈਨੂੰ ਸਾਰਿਆਂ ਦਾ ITC ਸਾਰਿਆਂ ਦਾ ਮਿਲ ਜਾਂਦਾ ਹੈ। ਪਰ ਉਹਦਾ ਜਦੋਂ ਮੈਂ ਰਿਫੰਡ ਲੈਣ ਜਾਂਦਾ ਮੈਨੂੰ ਰਿਫੰਡ ਨਹੀਂ ਮਿਲਦਾ। ਇਸ ਕੇਸ ਦੇ ਵਿੱਚ ਅਗਰ ਆਪਾਂ ਦੇਖੀਏ ਟੈਕਸਟਾਈਲ ਸੈਕਟਰ ਹੋ ਗਿਆ, ਜਿਹੜੇ ਰੈਡੀਮੇਡ ਗਾਰਮੈਂਟਸ ਬਣਾਉਂਦੇ ਨੇ, ਸ਼ਾਲਾਂ ਬਣਾਉਂਦੇ ਨੇ, ਸੂਟ ਬਣਾਉਂਦੇ ਨੇ, ਈਵਨ ਕੱਪੜਾ ਵੀ ਬਣਾਉਂਦੇ ਨੇ, ਉਸ ਕੇਸ ਦੇ ਵਿੱਚ ਜਦੋਂ ਉਹ ਰਿਫੰਡ ਲੈਣ ਜਾਂਦੇ ਨੇ ਉਹਨਾਂ ਨੂੰ ਇਨਪੁਟ ਸਰਵਿਸ ਤੇ ਕੈਪੀਟਲ ਗੁੱਡਸ ਤੇ ਵੀ ਨਹੀਂ ਮਿਲਦਾ। ਟੈਕਸਟਾਈਲ ਸੈਕਟਰ ਦੇ ਵਿੱਚ ਤੁਸੀਂ ਦੇਖੋ ਮਸ਼ੀਨਰੀ ਵੀ ਬਹੁਤ ਜ਼ਿਆਦਾ ਹੈਵੀ ਲੱਗਦੀ ਹੈ, ਉਸ ਕੇਸ ਦਾ ਵੀ ਕੋਈ ਰਿਫੰਡ ਨਹੀਂ ਹੈ। ਇਸ ਕੇਸ ਦੇ ਵਿੱਚ ਲੋਕਾਂ ਦੇ ਕਰੋੜਾਂ ਰੁਪਏ ਫਸੇ ਹੋਏ ਨੇ। ਇਹੀ ਅਗਰ ਆਪਣੇ ਪੰਜਾਬ ਦੀ ਜਾਂ ਲੁਧਿਆਣੇ ਦੀ ਸਪੈਸੀਫਿਕਲੀ ਅਗਰ ਗੱਲ ਕਰੀਏ ਕਿ ਟੈਕਸਟਾਈਲ ਸੈਕਟਰ ਸਾਡੇ ਇੰਨਾ ਹੈ, ਜੇ ਅਸੀਂ ਉੱਥੇ ਉਹਨਾਂ ਨੂੰ ਰਿਫੰਡ ਅਲਾਟ ਕਰੀਏ, ਇਹ ਵੀ ਚੀਜ਼ ਦਾ ਰਿਫੰਡ ਦਈਏ, ਉਹਨਾਂ ਕੋਲ ਪੈਸੇ ਆਉਣਗੇ, ਉਹਨਾਂ ਕੋਲ ਕੈਪੀਟਲ ਹੋਏਗੀ ਤੇ ਉਹ ਬਿਜ਼ਨਸ 'ਚ ਹੀ ਵਰਤਣਗੇ। ਜਿਹੜਾ ਟਰੂ ਬਿਜ਼ਨਸਮੈਨ ਹੈ ਉਹਨੇ ਦਾ ਅਲਟੀਮੇਟਲੀ ਪੈਸਾ ਬਿਜ਼ਨਸ 'ਚ ਹੀ ਲਗਾਉਣਾ ਹੈ। ਜੇ ਉਹ ਬਿਜ਼ਨਸ 'ਚ ਐਕਸਪੈਂਸ਼ਨ ਕਰੇਗਾ ਤੇ ਆਪਣੇ ਇੰਪਲੋਇਮੈਂਟ ਕ੍ਰੀਏਟ ਹੋਏਗੀ। ਤੇ ਇਸ ਕੇਸ 'ਚ ਇਹ ਨਹੀਂ ਸਮਝ ਲੱਗਦਾ ਕਿ ਜਦ ਗੁੱਡਸ ਐਂਡ ਸਰਵਿਸ ਟੈਕਸ ਹੈਗਾ ਤੇ ਫਿਰ ਗੁੱਡਸ ਦੇ ਵਿੱਚ ਗੁੱਡਸ ਦਾ ਤਾਂ ਆਪਾਂ ਆਪਣਾ ਰਿਫੰਡ ਦੇ ਰਹੇ ਹਾਂ, ਸਰਵਿਸਿਜ਼ ਦਾ ਕਿਉਂ ਨਹੀਂ ਦੇ ਰਹੇ? ਇਹ ਤੋਂ ਇਹਨਾਂ ਨੇ ਆਪਸ਼ਨ ਹੀ ਨਹੀਂ ਰੱਖੀ ਜਾਂ ਮਤਲਬ ਰੋਕੀ ਹੋਈ ਹੈ? ਨਹੀਂ, ਇਹ ਸ਼ੁਰੂ ਤੋਂ ਆਪਸ਼ਨ ਹੀ ਨਹੀਂ ਰੱਖੀ। ਉਹਦੇ ਵਿੱਚ ਇਨਪੁਟ ਵਰਡ ਯੂਜ਼ ਕੀਤਾ ਹੋਇਆ ਹੈ। ਸੈਕਸ਼ਨ 54 ਦੇ ਵਿੱਚ ਲਿਖਿਆ ਹੋਇਆ ਹੈ ਕਿ ਇਨਪੁਟ ਦਾ ਹੀ ਰਿਫੰਡ ਮਿਲੂਗਾ। ਉਹਦੇ 'ਚ ਨਾ ਵਰਡ ਇਨਪੁਟ ਸਰਵਿਸ ਲਿਖਿਆ, ਨਾ ਕੈਪੀਟਲ ਗੁੱਡਸ ਲਿਖਿਆ ਹੋਇਆ। ਠੀਕ ਹੈ ਜੀ, ਤੁਸੀਂ ਕੁਝ ਕਹਿਣਾ ਚਾਹੋਗੇ? ਮੈਂ ਇਹ ਕਹਿਣਾ ਚਾਹੁੰਦਾ ਕਿ ਇਨਫੈਕਟ ਜੇ ਸਟੈਚੂਟਰੀ ਪੋਜੀਸ਼ਨ ਦੇਖੀ ਜਾਏ ਜੀ, ਉਹਦੇ ਕੇਸ ਦੇ ਵਿੱਚ ਤਾਂ ਗੁੱਡਸ ਐਂਡ ਸਰਵਿਸਿਜ਼ ਟੈਕਸ ਦੇ ਮਤਲਬ ਤਾਂ ਸਰਵਿਸਿਜ਼ ਵੀ ਜੇ ਫਰਦਰੈਂਸ ਆਫ ਬਿਜ਼ਨਸ ਵਾਸਤੇ ਯੂਜ਼ ਹੋਈ ਹੈ ਤਾਂ ਨੈਚੁਰਲੀ ਸਰਵਿਸਿਜ਼ ਦੇ ਉੱਤੇ ਜਿਹੜਾ ਟੈਕਸ ਹੈ ਉਹ ਵੀ ਉਸੇ ਤਰੀਕੇ ਨਾਲ ਐਲੀਜੀਬਲ ਹੈ ਜਿੱਦਾਂ ਗੁੱਡਸ ਦੇ ਉੱਤੇ ਹੈ। ਪਰ ਚੂੰਕਿ ਪ੍ਰੋਪਰ ਵੈਰੀਫਿਕੇਸ਼ਨ ਤਾਂ ਹੋ ਹੀ ਰਹੀ ਹੈ, ਤੇ ਜੇ ਪ੍ਰੋਪਰ ਵੈਰੀਫਿਕੇਸ਼ਨ ਤੇ ਪਾਇਆ ਜਾਂਦਾ ਕਿ ਸਰਵਿਸਿਜ਼ ਬਿਲਕੁਲ ਠੀਕ ਨੇ ਤਾਂ ਉਹਦੇ ਉੱਤੇ ਵੀ ਰਿਫੰਡ ਦਿੱਤਾ ਜਾਣਾ ਚਾਹੀਦਾ ਜਿਹੜਾ ਕਿ ਉਹਦਾ ਹੱਕ ਬਣਦਾ ਡੀਲਰ ਦਾ। ਠੀਕ ਹੈ ਜੀ। ਸੋ ਸਰ ਇਹ ਇਸ ਤੋਂ ਇਲਾਵਾ ਵੀ ਕੁਝ ਜਿਵੇਂ ਇਹ ਕਿਹਾ ਜਾ ਰਿਹਾ ਕਿ ਇਸ ਟਾਈਮ GST ਦੇ ਵਿੱਚ ਬਹੁਤ ਸਾਰੀਆਂ ਚੇਂਜਿਸ ਕਰ ਦਿੱਤੀਆਂ ਗਈਆਂ ਹੋਰ, ਇਹ ਕਿਉਂਕਿ ਕਿਹਾ ਜਾ ਰਿਹਾ ਪਿਛਲੇ 3-4 ਸਾਲ ਹੋ ਗਏ ਜਦ ਹੈ GST ਲਾਗੂ ਹੋਇਆ, ਸ਼ਾਇਦ 2017 ਕੀ 19 'ਚ ਹੋਇਆ ਸੀਗਾ, ਜੋ 2017 ਜੁਲਾਈ 'ਚ ਹੋਇਆ ਸੀਗਾ। ਸੋ ਉਦੋਂ ਤੋਂ ਲੈ ਕੇ ਹੁਣ ਤੱਕ ਲੋਕ ਪਿੱਛੇ ਇੱਕ ਤੁਹਾਡੇ CA ਦੀ ਹੀ ਕਿਸੇ ਦੀ ਬਾਈਟ ਵੀ ਆਈ ਸੀ, ਸੋਸ਼ਲ ਮੀਡੀਆ 'ਤੇ ਬੜੀ ਵਾਇਰਲ ਹੋਈ। ਉਹਨਾਂ ਨੇ ਬਲੇਮ ਕੀਤਾ ਸੀਗਾ ਕਿ ਜਿਸ ਚੀਜ਼ਾਂ ਨੂੰ ਜੋ ਖੂਬਸੂਰਤੀ ਦਿਖਾ ਕੇ GST ਦੀ ਉਹਨੂੰ ਇੰਪਲੀਮੈਂਟ ਕੀਤਾ ਗਿਆ ਸੀ, ਅੱਜ ਉਹ ਸਾਰਾ ਕੁਝ ਬੇਸ ਹੀ ਚੇਂਜ ਕਰ ਦਿੱਤਾ ਗਿਆ ਹੈ। ਸੋ ਉਹਦੇ ਨਾਲ ਇੱਕ ਕੰਜ਼ਿਊਮਰ 'ਤੇ ਉਹਦਾ ਕੀ ਇੰਪੈਕਟ ਪਏਗਾ? ਸਰ ਇਸ ਤਰ੍ਹਾਂ ਹੈਗਾ, ਆਪਾਂ ਇਹਨਾਂ ਨੂੰ ਇਸ ਤਰੀਕੇ ਨਾਲ ਵੀ ਕਹਿ ਸਕਦੇ ਹਾਂ ਕਿ ਇਹ ਕੁਝ ਟੀਥਿੰਗ ਟਰਬਲਸ ਨੇ। ਹਾਲਾਂਕਿ ਪੀਰੀਅਡ ਚਲੋ 2017 'ਚ GST ਲੱਗਿਆ, ਅੱਜ 2021 ਹੈ, 4 ਸਾਲ ਦੇ ਕਰੀਬ ਹੋਣ ਵਾਲੇ ਨੇ। ਲੇਕਿਨ ਚੂँकि ਆਲ ਓਵਰ ਇੰਡੀਆ ਸਾਡਾ ਜੋਗ੍ਰਾਫੀਕਲ ਏਰੀਆ ਜਿਹੜਾ ਇੰਡੀਆ ਦਾ ਉਹ ਵੀ ਕਾਫੀ ਵੱਡਾ ਹੈ, ਔਰ ਉਸ ਸਾਰੇ ਸਿਲਸਿਲੇ ਨੂੰ ਦੇਖਦੇ ਹੋਇਆ ਇੱਕ ਪੂਰੀ
मतलब पूरी एक पोर्टल जड़ा है वो टैक्नीकली या अदरवाइज ਜਾਂ ਕੁਝ ਲੋਕਾਂ ਦੇ ਨਾਲ ਕੁਝ ਲੋਕਾਂ ਦੀ ਗਲਤ ਯੂਜ਼ ਨਾਲ ਆਪਾਂ ਇਹ ਸਮਝਦੇ ਹਾਂ ਕਿ ਇਹ ਚੀਜ਼ਾਂ ਬਾਰ-ਬਾਰ ਸਰਕਾਰ ਨੂੰ ਇਹਦੇ 'ਚ ਚੇਂਜਿਸ ਕਰਨੀਆਂ ਪੈ ਰਹੀਆਂ ਨੇ। ਬਾਰ-ਬਾਰ ਚੇਂਜਿਸ ਜਿਹੜੀਆਂ ਕੀਤੀਆਂ ਜਾਂਦੀਆਂ ਉਹਦੇ ਕਈ ਮੰਤਵ ਹੋ ਸਕਦੇ ਨੇ, ਜਿੱਦਾਂ 'ਚੋਂ ਇੱਕ ਤਾਂ ਇਹ ਹੈ ਕਿ ਰੈਸ਼ਨਲਾਈਜੇਸ਼ਨ ਆਫ ਵੇਰੀਅਸ ਪ੍ਰੋਵੀਜ਼ਨਸ। ਜਿਹੜੀ ਰੈਸ਼ਨਲਾਈਜੇਸ਼ਨ ਹੈ ਉਹ ਤਾਂ ਲੋਕਾਂ ਦੇ ਆਰਾਮ ਲਈ ਹੈ, ਲੇਕਿਨ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਰਿਸਕ ਨੂੰ ਘਟਾਉਣ ਵਾਸਤੇ ਨੇ, ਜਿਹਦੇ 'ਚ ਟੈਕਸ ਦੀ ਚੋਰੀ ਨੂੰ ਰੋਕਣ ਵਾਸਤੇ ਹੈ। ਪਿੱਛੇ ਜੇ ਕਾਫੀ ਚੀਜ਼ਾਂ ਸਾਹਮਣੇ ਆਈਆਂ ਨੇ ਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਇਸ ਕਾਰੋਬਾਰ ਦੇ ਵਿੱਚ ਸ਼ਾਮਲ ਹੋ ਗਏ ਜਿਹੜੇ ਐਕਚੁਅਲ ਕੋਈ ਕਾਰੋਬਾਰ ਨਹੀਂ ਕਰਦੇ, ਲੇਕਿਨ ਗਵਰਨਮੈਂਟ ਬਿਲਿੰਗ ਦਾ ਇੱਕ ਮਾਮਲਾ ਆਇਆ ਸੀ ਕਿ ਬਹੁਤ ਕਰੋੜਾਂ ਰੁਪਏ ਦਾ ਟੈਕਸ ਚੋਰੀ ਹੋ ਗਿਆ। ਤਾਂ ਉਸ ਚੀਜ਼ਾਂ ਨੂੰ ਲੈ ਕੇ ਗਵਰਨਮੈਂਟ ਨੂੰ ਬਾਰ-ਬਾਰ ਇਹਦੇ 'ਚ ਲਾਅ ਦੇ ਵਿੱਚ ਅਮੈਂਡਮੈਂਟ ਕਰਨੀ ਪੈ ਰਹੀ ਹੈ। ਹਾਲਾਂਕਿ ਉਹ ਅਮੈਂਡਮੈਂਟ ਦੇਖਿਆ ਜਾਏ ਜਿਹੜੇ ਸਹੀ ਕੰਮ ਕਰਦੇ ਨੇ ਉਹਨਾਂ ਲਈ ਇਹ ਮੁਸ਼ਕਿਲਾਂ ਕ੍ਰੀਏਟ ਕਰਦੀ ਹੈ, ਲੇਕਿਨ ਕਿਉਂਕਿ ਗਵਰਨਮੈਂਟ ਦੇ ਕੋਲ ਕੋਈ ਹੋਰ ਚਾਰਾ ਨਹੀਂ ਚੋਰੀ ਰੋਕਣ ਲਈ, ਤਾਂ ਇਸ ਕਰਕੇ ਉਹਨੂੰ ਬਾਰ-ਬਾਰ ਜਿਹੜੇ ਲੂਪ ਹੋਲ ਨੇ ਉਹਨਾਂ ਨੂੰ ਪਲੱਗ ਕਰਨਾ ਪੈਂਦਾ। ਇਸ ਕਰਕੇ ਬਾਰ-ਬਾਰ ਅਮੈਂਡਮੈਂਟ ਵੀ ਕਰਨੀ ਪੈਂਦੀ ਹੈ। ਰਾਦਰ ਇਹਦੇ 'ਚ ਅਸੀਂ ਇਹ ਵੀ ਚਾਹਾਂਗੇ ਕਿ ਗਵਰਨਮੈਂਟ ਜਿਹੜੀ ਹੈ ਉਹ ਜਿਹੜੇ ਇਸ ਤਰੀਕੇ ਨਾਲ ਇਹਨੂੰ ਲੂਪ ਹੋਲ ਨੂੰ ਪਲੱਗ ਕਰੇ ਕਿ ਲੋਕਾਂ ਨੂੰ ਘੱਟ ਤੋਂ ਘੱਟ ਤਕਲੀਫ ਹੋਵੇ, ਔਰ ਐਜ਼ ਫਾਰ ਐਜ਼ ਪੋਸੀਬਲ ਜਿਹੜੀ ਅਮੈਂਡਮੈਂਟਸ ਕਰਨੀਆਂ ਨੇ ਉਹ ਕੁਛ ਟਾਈਮ ਬਾਊਂਡ ਫੈਕਟਰ ਦੇ ਨਾਲ ਕਰੇ, ਜਿਵੇਂ ਕਿ ਫੋਰ ਐਗਜ਼ਾਮਪਲ ਸਾਲ ਦੇ ਵਿੱਚ 2 ਵਾਰੀ, ਇੱਕ 6 ਮਹੀਨੇ ਇੱਕ ਵਾਰੀ ਔਰ 6 ਮਹੀਨੇ ਇੱਕ ਵਾਰੀ ਉਹਦੇ ਵਿੱਚ ਕਰ ਲਿੱਤੀ ਜਾਏ, ਔਰ ਬਾਰ-ਬਾਰ ਅਮੈਂਡਮੈਂਟ ਨਾ ਕੀਤੀ ਜਾਏ ਤੇ ਸਾਰਿਆਂ ਨੂੰ ਸਮਝਣ 'ਚ ਵੀ ਆਸਾਨੀ ਰਹੇਗੀ ਔਰ ਲਾ ਦੀ ਇੰਪਲੀਮੈਂਟੇਸ਼ਨ 'ਚ ਵੀ ਆਸਾਨੀ ਰਹੇਗੀ। ਸੋ ਟਾਈਮ ਬਾਉਂਡ ਕਰਨੀ ਚਾਹੀਦੀ ਹੈ ਜਿਹੜੀ ਹੈ ਚੇਂਜਸ। ਹਾਂ, ਓਵਰਨਾਈਟ ਹੀ ਜਿਹੜੀ ਕਰ ਦਿੱਤੀ ਜਾਂਦੀ ਹੈ ਉਹਦੇ ਲਈ ਲੋਕੀ ਤਿਆਰ ਨਹੀਂ ਹੁੰਦੇ, ਔਰ ਉਹਦੇ ਲਈ ਪੋਰਟਲ ਵੀ ਕਈ ਵਾਰੀ ਤਿਆਰ ਨਹੀਂ ਹੁੰਦਾ। ਲਾ ਪਹਿਲਾਂ ਬਣ ਜਾਂਦਾ ਹੈ ਔਰ ਪੋਰਟਲ ਦੇ ਉੱਤੇ ਜਦੋਂ ਇੰਪਲੀਮੈਂਟ ਕਰਨੀ ਹੈ ਉਹਨੂੰ ਟਾਈਮ ਲੱਗ ਜਾਂਦਾ। ਉਹਦੇ ਲਈ ਵੀ ਜੇ 15-20 ਦਿਨ ਮਹੀਨਾ ਲੱਗ ਗਿਆ ਤਾਂ ਉਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਐਟ ਵੇਰੀਐਂਸ ਹੋ ਜਾਂਦੀਆਂ ਨੇ, ਜਿਹਦੇ ਨਾਲ ਹਰ ਬੰਦੇ ਨੂੰ ਤਕਲੀਫ ਹੁੰਦੀ ਹੈ। ਸਰ ਇੱਕ ਆਖਰੀ ਕੁਐਸਚਨ ਹੈ, ਇਹ ਕਿਹਾ ਜਾਂਦਾ ਹੈ ਕਿ GST ਨੂੰ ਲੈ ਕੇ ਬਹੁਤ ਸਾਰੀਆਂ ਜਿਵੇਂ ਚੇਂਜਸ ਵੀ ਤੁਸੀਂ ਦੱਸੀਆਂ, GST ਨੂੰ ਲੈ ਕੇ ਐਕਚੁਅਲੀ ਹੁਣ ਕਲਾਇੰਟ ਗਰਾਊਂਡ ਲੈਵਲ ਦੇ ਕਲਾਇੰਟ ਜਿਹੜਾ ਟੈਕਸ ਪੇਅਰ ਹੈ ਉਹਦੇ 'ਤੇ ਉਹਦਾ ਕੀ ਇੰਪੈਕਟ ਪੈ ਰਿਹਾ ਹੈ? ਉਹ ਟੈਕਸ ਪੇਅਰ ਖੁਸ਼ ਹੈ GST ਦੇ ਇੰਪਲੀਮੈਂਟੇਸ਼ਨ ਨਾਲ? ਉਹਨੂੰ ਪ੍ਰੈਕਟੀਕਲ ਇਹਦਾ ਜਿਵੇਂ ਪਹਿਲਾਂ ਇੱਕ ਚੀਜ਼ ਬੜੀ ਬਾਰ-ਬਾਰ ਅਲੱਗ-ਅਲੱਗ ਇੰਡਸਟਰੀ ਟ੍ਰੇਡ ਵੱਲੋਂ ਆਉਂਦੀ ਹੈ, ਉਹ ਕਹਿੰਦੇ ਜੀ ਕਿਸੇ ਨੂੰ 5% 'ਤੇ ਰੱਖਿਆ, ਕਿਸੇ ਨੂੰ 12 'ਤੇ, ਕਿਸੇ ਨੂੰ 18 'ਤੇ, ਜਦ ਕਿ ਜਦੋਂ ਕਿਹਾ ਗਿਆ ਸੀ 1 ਨੇਸ਼ਨ 1 ਟੈਕਸ 1, ਠੀਕ ਹੈ, ਪਰ ਫਿਰ ਟੈਕਸੇਸ਼ਨ ਦੀ ਇੰਨੀ ਵੇਰੀਏਸ਼ਨ ਕਿਉਂ? ਲੋਕੀ ਕਈ ਕਹਿੰਦੇ 5% 'ਚ ਹੋਣਾ ਚਾਹੀਦਾ, ਕਈ ਕਹਿੰਦੇ ਸਾਨੂੰ ਸਭ ਨੂੰ 12 'ਚ ਕਰ ਦਿਓ, ਕੋਈ ਕਹਿੰਦੇ ਕਿਸੇ ਨੂੰ ਸਭ ਨੂੰ 18 'ਚ ਕਰ ਦਿਓ। ਦੇयर ਸ਼ੁੱਡ ਬੀ ਅ ਸਿੰਗਲ, ਤਾਂ ਕਿ ਕੋਈ ਲੌਜਿਕ ਨਾ ਹੋਵੇ। ਸਰ ਜਿਹੜੀ ਜ਼ਿਆਦਾ ਦਿੱਕਤ ਆ ਰਹੀ ਹੈ GST ਕਰਕੇ, ਉਹ ਚੇਂਜਿਸ ਰੋਜ਼ ਦੇ ਰੋਜ਼ ਹੋ ਰਹੀਆਂ ਨੇ ਜਾਂ ਬਹੁਤ ਮਲਟੀਪਲ ਚੇਂਜਿਸ ਹੋ ਰਹੀਆਂ ਨੇ, ਜਿਹਦੇ ਕਰਕੇ ਬਿਜ਼ਨਸਮੈਨ ਉਹਦੇ ਨਾਲ ਕੋਪ ਅਪ ਨਹੀਂ ਕਰ ਪਾ ਰਿਹਾ। ਪਹਿਲਾ ਤਾਂ ਇਹ ਹੈ। ਦੂਸਰਾ ਇਹ ਹੋਗਾ ਕਿ ਇੱਕ 1 ਨੇਸ਼ਨ 1 ਟੈਕਸ, 1 ਟੈਕਸ ਤਾਂ ਹੋ ਗਿਆ, 1 ਰੇਟ ਆਫ ਟੈਕਸ ਗਵਰਨਮੈਂਟ ਨੇ ਕਦੀ ਨਹੀਂ ਕਿਹਾ, ਔਰ 1 ਰੇਟ ਹੋ ਵੀ ਨਹੀਂ ਸਕਦਾ। ਤੁਸੀਂ ਇਹ ਦੇਖੋ ਕਿ ਅਗਰ ਕਿਸੇ ਜਿਵੇਂ 4-5 ਸਲੈਬ ਨਾਲੋਂ 2 ਤਾਂ ਹੋ ਸਕਦੇ, ਇਹ ਹੋ ਸਕਦਾ ਹੈ ਕਿ 12 ਜਾਂ 18 ਜਿਹੜੀਆਂ ਸਲੈਬ ਹੈ ਉਹਨੂੰ ਇੱਕ ਕੀਤਾ ਜਾ ਸਕਦਾ ਹੈ। ਅਸੀਂ ਇਹ ਨਹੀਂ ਕਹਿ ਸਕਦੇ ਕਿ ਗੱਡੀ ਦੇ ਵੀ 5 ਕਰ ਦਿਓ, ਕੱਪੜੇ ਦੇ ਵੀ 5 ਕਰ ਦਿਓ, ਇਹ ਪੋਸੀਬਲ ਨਹੀਂ ਹੈ। ਮੋਸਟਲੀ ਆਈਟਮਸ ਜਿਹੜੀਆਂ ਹੈਗੀਆਂ ਨੇ 12 ਤੇ 18 ਦੀਆਂ ਨੇ। ਕਈ ਬਹੁਤ ਵਾਰੀ GST ਕਾਊਂਸਲ 'ਚ ਇਹਦੀ ਬਹੁਤ ਵਾਰੀ ਚਰਚਾ ਹੋਈ ਹੈ ਕਿ ਕਰ ਦਈਏ, ਬਹੁਤ ਵਾਰੀ ਰੀਪ੍ਰੈਜ਼ੈਂਟੇਸ਼ਨਸ ਵੀ ਗਈਆਂ ਨੇ, ਪਰ ਹਜੇ ਤੱਕ ਗਵਰਨਮੈਂਟ ਨੇ ਇਹਦੇ 'ਤੇ ਕੋਈ ਸਟੈਪ ਲਿੱਤਾ ਨਹੀਂ। ਜਿਵੇਂ ਵੀ ਕੋਵਿਡ ਆ ਗਿਆ ਜਾਂ ਹੁਣ ਗਵਰਨਮੈਂਟ ਦਾ ਰੈਵਨਿਊ ਕਾਫੀ ਵਧਣਾ ਸ਼ੁਰੂ ਹੋਇਆ, ਹੋ ਸਕਦਾ ਕਿ ਉਹ ਰੈਵਨਿਊ ਵਧਣ ਕਰਕੇ ਹੁਣ ਸ਼ਾਇਦ ਸਟੈਪ ਲੈ ਲੈਣ, ਪਰ ਕੁਝ ਕੋਵਿਡ ਕਰਕੇ ਹੁਣ GST ਕਾਊਂਸਲ 'ਚ ਇੰਨੀ ਗਤੀਵਿਧੀਆਂ ਹੋ ਨਹੀਂ ਰਹੀਆਂ, ਜੋ ਲੱਗਦਾ ਹੈ ਕਿ ਸ਼ਾਇਦ ਫਿਊਚਰ ਦੇ ਵਿੱਚ 12 ਤੇ 18 ਨੂੰ ਸੇਮ ਕਰਤਾ ਜਾਵੇ। ਪਰ ਇੱਕ ਟੈਕਸ, ਇੱਕ ਰੇਟ ਆਫ ਟੈਕਸ ਤਾਂ ਕਦੀ ਵੀ ਆਪਣੀ ਇੰਡੀਆ ਵਰਗੀ ਕੰਟਰੀ 'ਚ, ਜਿੱਥੇ ਅਮੀਰ ਲੋਕ ਵੀ ਨੇ, ਗਰੀਬ ਵੀ ਨੇ, ਉਹ ਸਾਰਿਆਂ ਦਾ ਅਗਰ ਧਿਆਨ ਰੱਖਣਾ ਤਾਂ ਤੁਹਾਨੂੰ ਰੇਟ ਆਫ ਟੈਕਸ ਆਈਟਮ ਵਾਈਜ਼, ਨੈਸੈਸਿਟੀ ਵਾਈਜ਼ ਇਹ ਅਲੱਗ-ਅਲੱਗ ਹੀ ਰੱਖਣੇ ਪੈਣਗੇ ਜੀ। ਤੇ ਸਰ ਇਹ ਸਾਰਿਆਂ ਤੋਂ ਇਲਾਵਾ ਤੁਸੀਂ ਕੁਝ ਆਪਣੇ ਵੱਲੋਂ ਕੁਝ ਕਹਿਣਾ ਚਾਹੋਗੇ ਦਰਸ਼ਕਾਂ ਨੂੰ? ਨਹੀਂ, ਮੈਂ ਸੰਨੀ ਜੀ ਦੀ ਗੱਲ ਨੂੰ ਹੀ ਅੱਗੇ ਵਧਾ ਰਿਹਾ ਕਿ ਇਨਫੈਕਟ ਜਿੱਦਾਂ ਦੀ ਆਪਣੀ ਡੈਮੋਕ੍ਰੇਸੀ ਹੈ ਜਾਂ ਜਿਸ ਤਰ੍ਹਾਂ ਆਪਣਾ ਕੰਟਰੀ ਹੈ, ਇਹਦੇ ਕੇਸ ਦੇ ਵਿੱਚ ਚੂੰਕਿ ਅਲੱਗ-ਅਲੱਗ ਤਰ੍ਹਾਂ ਦੇ ਲੋਕ ਨੇ, ਅਲੱਗ-ਅਲੱਗ ਤਰ੍ਹਾਂ ਦੇ ਜ਼ਰੂਰਤਾਂ ਨੇ, ਬਿਜ਼ਨਸਿਸ ਵੀ ਅਲੱਗ-ਅਲੱਗ ਨੇ, ਵਾਈਡ ਕੰਟਰੀ ਹੈ, ਕੋਈ ਛੋਟਾ ਕੰਟਰੀ ਨਹੀਂ ਹੈ। ਬਰਾਦਰ ਮੈਨੂੰ ਇਹ ਵੀ ਯਾਦ ਆਉਂਦਾ ਕਿ ਜਦੋਂ 2017 'ਚ ਲੱਗਣਾ ਸੀ ਔਰ ਉਸ ਤੋਂ ਪਹਿਲਾਂ 4-5 ਸਾਲ ਪਹਿਲਾਂ GST ਲੱਗਣ ਦੀ ਤਿਆਰੀ ਕੀਤੀ ਜਾ ਰਹੀ ਸੀ, ਉਸ ਵੇਲੇ ਭਰਮ ਸੀ ਜਾਂ ਇੱਦਾਂ ਸ਼ੱਕ ਸੀਗਾ ਕਿ ਕੀ ਐਡੇ ਵੱਡੇ ਕੰਟਰੀ ਲਈ GST ਮਾਫਕ ਵੀ ਹੈ, ਕਿਉਂਕਿ ਬਹੁਤ ਸਾਰੇ ਕੰਟਰੀਜ਼ ਵਰਲਡ ਦੇ ਐਸੇ ਨੇ ਜਿਨ੍ਹਾਂ 'ਚ ਲੱਗਿਆ ਹੈ, ਲੇਕਿਨ ਬਹੁਤ ਸਾਰੇ ਜਿਹੜੇ ਨੇ ਉਹ ਜ਼ਿਆਦਾਤਰ ਛੋਟੇ ਕੰਟਰੀ ਨੇ ਜਿਹਦੇ 'ਚ ਟੈਕਨੀਕ ਵਾਈਜ਼ ਵੀ ਉਹਨੂੰ ਬੜੀ ਜਲਦੀ ਸੰਭਾਲਿਆ ਜਾ ਸਕਦਾ। ਪਰ ਜਿਵੇਂ ਆਪਣਾ ਕੰਟਰੀ ਬਹੁਤ ਵਾਸਟ ਹੈ, ਅਸੀਂ ਤਾਂ ਇਹ ਸਮਝ ਰਹੇ ਹਾਂ ਕਿ ਫਿਰ ਵੀ ਜੋ ਹਾਲੇ ਤੱਕ ਹੋ ਰਿਹਾ ਹੈ, ਜੇ ਇਸ ਤਰ੍ਹਾਂ ਹੀ ਕੋਸ਼ਿਸ਼ਾਂ ਜਾਰੀ ਲੱਗੀਆਂ ਤਾਂ ਫਿਰ ਆਪਣੇ ਕੰਟਰੀ 'ਚ ਵੀ ਇਹ ਲਾਅ ਜਿਹੜਾ ਹੈ ਸਕਸੈਸਫੁਲ ਹੋਏਗਾ। ਪਰ ਚੂੰਕਿ ਆਪਣਾ ਕੰਟਰੀ ਡਿਵੈਲਪਡ ਨਹੀਂ, ਡਿਵੈਲਪਿੰਗ ਹੈ,
ਔਰ ਡਿਫਰੈਂਟ ਸਟੇਟਸ ਆਫ ਸੁਸਾਇਟੀਜ਼ ਇੱਥੇ ਹੈਗੀਆਂ ਨੇ, ਇਸ ਕਰਕੇ ਰੇਟ ਇੱਕ ਤਾਂ ਨਹੀਂ ਹੋ ਸਕਦਾ, ਲੇਕਿਨ ਐਜ਼ ਫਾਰ ਐਜ਼ ਪੋਸੀਬਲ ਜਿਸ ਤਰ੍ਹਾਂ ਸਨੀ ਜੀ ਨੇ ਦੱਸਿਆ ਕਿ ਇਹ ਰੇਟ 18 ਔਰ 12 ਦੇ ਦਰਮਿਆਨ ਕਿਧਰੇ ਨਾ ਕਿਧਰੇ ਸੈਟਲ ਹੋਏਗਾ। ਉੱਥੇ ਗਵਰਨਮੈਂਟ ਨੂੰ ਆਪਣੇ ਰੈਵਨਿਊ ਦੀ ਵੀ ਫਿਕਰ ਹੈ, ਕਿਉਂਕਿ ਸਟੇਟਸ ਨੂੰ ਵੀ ਰੈਵਨਿਊ ਦੇਣਾ ਨੇ। ਫਿਰ ਕੁਛ ਚੀਜ਼ਾਂ ਸਾਡੇ ਕੰਟਰੀ ਦੇ ਵਿੱਚ ਐਸੀਆਂ ਨੇ ਖਾਸ ਸਟੇਟ ਓਰੀਐਂਟਡ ਚੀਜ਼ਾਂ ਬਣਦੀਆਂ ਨੇ, ਜਿਵੇਂ ਕੋਈ ਖਾਸ ਚੀਜ਼ ਇੱਕ ਸਟੇਟ 'ਚ ਬਣ ਰਹੀ ਹੈ, ਕੋਈ ਖਾਸ ਚੀਜ਼ ਦੂਸਰੀ ਸਟੇਟ 'ਚ ਬਣ ਰਹੀ ਹੈ, ਕੋਈ ਤੀਸਰੀ ਸਟੇਟ 'ਚ ਬਣ ਰਹੀ ਹੈ। ਇਸ ਕਰਕੇ ਹਰ ਸਟੇਟ ਨੂੰ ਵੀ, ਕਿਉਂਕਿ ਇਹ ਫੈਡਰਲ ਕੋਆਪਰੇਟਿਜ਼ਮ ਦਾ ਜ਼ਮਾਨਾ ਹੈ ਇੰਡੀਆ ਦੇ ਵਿੱਚ, ਔਰ ਇਹਦੇ ਕੇਸ ਦੇ ਵਿੱਚ ਆਪਾਂ ਇਹ ਸਮਝਦੇ ਹਾਂ ਵੀ ਹਰ ਸਟੇਟ ਨੂੰ ਵੀ ਖੁਸ਼ ਰੱਖਣਾ ਹੈ, ਪੋਲੀਟੀਕਲੀ ਵੀ ਔਰ ਅਦਰਵਾਈਜ਼ ਵੀ, ਇਕਨੋਮਿਕਲੀ ਵੀ। ਇਸ ਕਰਕੇ ਰੇਟ ਸਾਰਿਆਂ ਦੀ ਸਲਾਹ ਮਸ਼ਵਰੇ ਦੇ ਨਾਲ ਤਾਂ ਹੀ GST ਕੌਂਸਲ ਬਣੀ ਹੈ, ਔਰ ਇਹ ਪਹਿਲੀ ਵਾਰੀ ਆਪਣੇ ਹਿੰਦੁਸਤਾਨ ਦੇ ਵਿੱਚ ਇਹ ਟੈਸਟ ਕੀਤਾ ਜਾ ਰਿਹਾ ਔਰ ਐਕਸਪੈਰੀਮੈਂਟ ਕੀਤਾ ਜਾ ਰਿਹਾ ਕਿ ਇਹ ਸਰਕਾਰ ਦੀ ਡਾਇਰੈਕਟ ਇਨਵੋਲਵਮੈਂਟ ਤਾਂ ਨਹੀਂ ਹੈ, ਪਰ GST ਕੌਂਸਲ ਦੇ ਜ਼ਰੀਏ ਇਹ ਕੀਤਾ ਜਾ ਰਿਹਾ ਜਿਹਦੇ ਨਾਲ ਹਰ ਚੀਜ਼ ਜਾਂ ਹਰ ਫੈਸਲਾ ਯੂਨੈਨਿਮਸ ਹੋਏ, ਔਰ ਹੁਣ ਤੱਕ ਯੂਨੈਨਿਮਸ ਹੀ ਹੋਇਆ। ਔਰ ਇਸੇ ਕਰਕੇ ਰੇਟ ਦੇ ਬਾਰੇ 'ਚ ਵੀ ਇਹ ਯੂਨੈਨਿਮਸ ਜਿੱਦਣ ਫੈਸਲਾ ਹੋਏਗਾ ਸ਼ਾਇਦ ਸਰਕਾਰ ਉਦੋਂ ਹੀ ਅਨਾਊਂਸ ਕਰੇਗੀ। ਸਰ, ਇੱਕ ਤੁਹਾਡੇ ਵਰਗੇ ਐਕਸਪੀਰੀਅੰਸ ਅਨੁਭਵੀ ਜਿਹੜੇ CAs ਹੈ ਜਾਂ ਐਕਸਪਰਟਸ ਹੈਗੇ, ਟੈਕਸ ਐਕਸਪਰਟਸ, ਉਹਨਾਂ ਦਾ ਹੀ ਹਮੇਸ਼ਾ ਤੋਂ ਬਿਆਨ ਆਉਂਦਾ ਰਿਹਾ ਜਾਂ ਸੁਰਖੀਆਂ ਰਹਿੰਦੀਆਂ ਉਹਨਾਂ ਦੀ ਕਿ ਟੈਕਸ ਜਿਹੜਾ ਹੈਗਾ ਰੇਸ਼ੋ ਉਹ ਜਿੰਨੀ ਘੱਟ ਹੋਏਗੀ, ਇੰਪਲੀਮੈਂਟੇਸ਼ਨ ਉਨੀ ਜ਼ਿਆਦਾ ਹੋਏਗੀ, ਚੋਰੀ ਉਨੀ ਘੱਟ ਹੋਏਗੀ। ਹੁਣ ਆਪਾਂ ਹੀ ਦੇਖ ਰਹੇ ਹਾਂ ਕਿ ਟੈਕਸ ਦੀ ਚੋਰੀ ਬਹੁਤ ਹੈ, ਕਰੋੜਾਂ ਅਰਬਾਂ ਰੁਪਏ ਦੀ ਆਉਂਦੀ ਹੈ, ਜਦ ਕਿ ਜਦੋਂ ਸ਼ਾਇਦ ਐਕਸਾਈਜ਼ ਸੀਗੀ ਉਦੋਂ ਕਰੋੜਾਂ ਅਰਬਾਂ ਦੀ ਕਦੀ ਚੋਰੀ ਨਹੀਂ ਹੁੰਦੀ ਸੀ। GST ਜਦੋਂ ਆਇਆ ਉਹ ਇਹਦੇ ਕਰਕੇ ਹੀ ਹੈ, ਜੇ ਟੈਕਸ ਰੇਸ਼ੋ ਘੱਟ ਹੋਏਗੀ, ਸਪੋਜ਼ ਕਰੋ 5% ਜਾਂ 12% ਜਿੱਦਾਂ ਕਿ ਇਹਨਾਂ ਨੇ ਕਿਹਾ, ਸੋ ਜੇ 12% ਹੋਏਗੀ ਤਾਂ ਸ਼ਾਇਦ ਲੋਕਾਂ ਦਾ ਟੈਕਸ ਚੋਰੀ ਕਰਨ ਦਾ ਦਿਮਾਗ ਹੀ ਹਟ ਜਾਏਗਾ, ਉਹ ਕਿ ਲਮਸਮ ਹੀ ਹੈ ਜੀ, ਦਿਓ ਖਤਮ ਕਰੋ। ਇੱਦਾਂ ਦੀ ਚੀਜ਼ਾਂ ਪੋਸੀਬਲ ਹੈਗੀ ਹੈ, ਕਿੰਨੀ ਕੁ ਰੀਅਲਿਸਟਿਕ ਹੁੰਦੀਆਂ ਹੈ? ਨਹੀਂ, ਮੈਂ ਸਮਝਦਾ ਕਿ ਇਹ ਗੱਲਾਂ ਫੋਰ ਦੀ ਟਾਈਮਿੰਗ ਇੰਡੀਅਨ ਵਰਗੇ ਕੰਟਰੀਜ਼ ਦੇ ਵਿੱਚ ਔਰ ਜਿੱਦਾਂ ਦੇ ਆਪਣੇ ਸੁਸਾਇਟੀ ਹੈ ਉਸ ਵਿੱਚ ਹਲੇ ਅਸੀਂ ਇੰਨੇ ਮੈਚਿਓਰਡ ਨਹੀਂ ਹੋਏ ਕਿ ਟੈਕਸ ਰੇਟ ਨੂੰ ਇੱਕਦਮ ਘਟਾਇਆ ਜਾ ਸਕੇ, ਕਿਉਂਕਿ ਡਿਵੈਲਪਮੈਂਟ ਅਦਰਵਾਈਜ਼ ਰੁਕ ਜਾਏਗੀ। ਸਰਕਾਰ ਨੂੰ ਐਡਮਿਨਿਸਟ੍ਰੇਸ਼ਨ ਚਲਾਉਣ ਲਈ ਟੈਕਸ ਪੇਅਰ ਵੀ ਤਾਂ ਵੱਧ ਜਾਣਗੇ। ਨਹੀਂ, ਟੈਕਸ ਪੇਅਰ ਇਸ ਤਰ੍ਹਾਂ ਨਾ, ਦੇਖੋ ਇਹ ਪਰਸਨਲ ਟੈਕਸੇਸ਼ਨ ਨਹੀਂ ਹੈ, ਇਹ ਟੈਕਸੇਸ਼ਨ ਬਿਜ਼ਨਸ ਓਰੀਐਂਟਿਡ ਹੈ। ਬਿਜ਼ਨਸ ਓਰੀਐਂਟਿਡ ਹੋਣ ਨਾਲ ਆਪਾਂ ਇਹ ਐਕਸਪੈਕਟ ਨਹੀਂ ਕਰ ਸਕਦੇ ਕਿ ਜੇ ਅਸੀਂ ਇੱਕਦਮ ਟੈਕਸ ਦਾ ਰੇਟ ਘਟਾ ਦਈਏ ਤਾਂ ਟੈਕਸ ਬਹੁਤ ਜ਼ਿਆਦਾ ਵੱਧ ਜਾਏਗਾ। ਅਲਟੀਮੇਟਲੀ ਕੁਛ ਚੀਜ਼ਾਂ ਟ੍ਰੇਡ ਨਾਲ ਰਿਲੇਟਡ ਨੇ, ਕੁਛ ਜ਼ਿਆਦਾ ਪ੍ਰੋਡਕਸ਼ਨ ਨਾਲ ਰਿਲੇਟਡ ਨੇ। ਜਿੰਨੀ ਦੇਰ ਤੱਕ ਪ੍ਰੋਡਕਸ਼ਨਸ ਨਹੀਂ ਵੱਧਦੀ ਜਾਂ ਜਿੰਨੀ ਦੇਰ ਤੱਕ ਆਪਣੇ ਇੰਡਸਟਰੀਅਲ ਯੂਨਿਟਸ ਨਹੀਂ ਵੱਧਦੇ, ਪੂਰਾ ਵੋਲਿਊਮ ਨਹੀਂ ਵੱਧਦਾ, ਉਨੀ ਦੇਰ ਤੱਕ ਆਪਾਂ ਟੈਕਸ ਤੋਂ ਉਮੀਦ ਨਹੀਂ ਲਾ ਸਕਦੇ। ਇਸ ਕੀ ਸਿੰਪਲੀ ਰੇਟ ਘਟਣ ਨਾਲ ਇਮੀਡੀਏਟਲੀ ਜੇ ਰੇਟ ਘਟਾਉਣ ਦੀ ਗੱਲ ਕਰਾਂਗੇ ਟੈਕਸ ਸਰਕਾਰ ਦਾ ਰੈਵਨਿਊ ਘਟੇਗਾ, ਸਰਕਾਰ ਦਾ ਡੈਫਿਸਿਟ ਵੱਧ ਜਾਏਗਾ, ਡੈਫਿਸਿਟ ਵਧੇਗਾ। ਇਸ ਕਰਕੇ ਇਹ ਕੋਈ ਵੀ ਸਰਕਾਰ ਮੌਕੇ ਦੀ ਨਹੀਂ ਚਾਹੇਗੀ, ਕਿਉਂਕਿ ਅਦਰਵਾਈਜ਼ ਦੇਸ਼ ਦੀ ਡਿਵੈਲਪਮੈਂਟ ਰੁਕ ਜਾਏਗੀ। ਤੁਸੀਂ ਕੀ ਕਹੋਗੇ ਸਰ ਇਹਦੇ ਤੇ? ਸਰ, ਮੇਰਾ ਵੀ ਇਹੀ ਹੈ ਕਿ ਜ਼ਰੂਰੀ ਨਹੀਂ ਹੈ ਕਿ ਇੱਕ ਰੇਟ ਆਫ ਟੈਕਸ ਜਾਂ ਘੱਟ ਰੇਟ ਆਫ ਟੈਕਸ ਹੋਣ ਨਾਲ ਕਲੈਕਸ਼ਨ ਵਧੇਗੀ। ਇਹ ਆਪਾਂ ਨਹੀਂ ਕਹਿ ਸਕਦੇ, ਕਿਉਂਕਿ ਜਿਹੜੀ ਹੈ ਕੰਜ਼ੰਪਸ਼ਨ ਬੇਸਡ ਟੈਕਸ ਹੈ ਤੇ ਕੰਜ਼ੰਪਸ਼ਨ ਵਧਣ ਨਾਲ ਹੀ ਟੈਕਸ ਵਧੇਗਾ। ਹੁਣ ਗਵਰਨਮੈਂਟ ਵੀ ਕੋਈ ਵੀ ਗਵਰਨਮੈਂਟ ਇਹ ਨਹੀਂ ਚਾਹੁੰਦੀ ਕਿ ਰੇਟ ਆਫ ਟੈਕਸ ਜ਼ਿਆਦਾ ਰੱਖੇ। ਅਗਰ ਉਹਨੂੰ ਘੱਟ ਟੈਕਸ ਕਲੈਕਟ ਕਰਕੇ ਅਗਰ ਦੇਸ਼ ਦੀ ਡਿਵੈਲਪਮੈਂਟ ਹੋ ਰਹੀ ਹੈ ਤੇ ਉਹ ਉਹਦੇ 'ਚ ਫੇਵਰੇਬਲ ਹੈ, ਕਿਉਂਕਿ ਅਗਰ ਘੱਟ ਰੇਟ ਆਫ ਟੈਕਸ ਹੋਏਗਾ ਉਹਨਾਂ ਨੂੰ ਵੀ ਵੋਟਾਂ ਜ਼ਿਆਦਾ ਮਿਲਣਗੀਆਂ। ਵੱਧ ਰੱਖ ਕੇ ਤਾਂ ਕਿਸੇ ਨੂੰ ਵੀ ਕੋਈ ਫਾਇਦਾ ਨਹੀਂ ਹੈ। ਇਹ ਵੀ ਸਮਝ ਇੱਕ ਤਰੀਕੇ ਨਾਲ ਆਪਾਂ ਕਹੀਏ ਕਿ ਡਿਵੈਲਪਮੈਂਟ ਲਈ ਸਾਨੂੰ ਸਾਰਿਆਂ ਨੂੰ ਉਹਦੀ ਕੀਮਤ ਚੁਕਾਉਣੀ ਪਏਗੀ, ਇੱਕ ਤਰੀਕੇ ਨਾਲ ਆਪਾਂ ਇਹ ਕਹਿ ਸਕਦੇ। ਠੀਕ ਹੈ, ਹਾਂਜੀ ਸਰ। ਇੱਕ ਚੀਜ਼ ਮੈਂ ਇਹਦੇ 'ਚ ਹੋਰ ਐਡ ਕਰਨੀ ਚਾਹੂੰਗਾ ਕਿ ਸਾਨੂੰ ਇਹ ਬਿਲਕੁਲ ਨਹੀਂ ਭੁੱਲਣਾ ਚਾਹੀਦਾ ਕਿ ਜਦੋਂ ਪਹਿਲਾਂ GST ਲੱਗਣ ਤੋਂ ਪਹਿਲਾਂ ਆਪਾਂ ਸੈਂਟਰਲ ਐਕਸਾਈਜ਼ ਡਿਊਟੀ ਵੀ ਦਿੰਦੇ ਸੀਗੇ, ਔਰ ਉਸ ਤੋਂ ਬਾਅਦ ਅਸੀਂ ਫਿਰ ਟੈਕਸਿਸ ਵੀ ਦਿੰਦੇ ਸੀਗੇ। ਹਰ ਸਟੇਟ ਦਾ ਆਪਣਾ ਟੈਕਸ ਸੀਗਾ ਔਰ ਸੈਂਟਰਲ CST ਵੀ ਸੀਗਾ, ਲੇਕਿਨ ਉਹ ਸਾਰਿਆਂ ਨੂੰ ਮਰਜ ਕਰਕੇ ਫਿਰ ਇੱਕ GST ਲਾ ਬਣਿਆ। ਜੇ ਇੱਕ ਥਿਓਰੈਟੀਕਲੀ ਇੱਕ ਛੋਟੀ ਜਿਹੀ ਗੱਲ ਮੈਂ ਕਰਨੀ ਚਾਹਾਂਗਾ, ਹੋ ਸਕਦਾ ਕਿਸੇ ਮੰਨ ਲਓ ਇਹ ਪ੍ਰੋਡਕਟ ਦੇ ਉੱਤੇ ਪਹਿਲਾਂ 20% ਦਾ ਜਾਂ 15% ਇੱਕ ਸੈਂਟਰਲ ਐਕਸਾਈਜ਼ ਡਿਊਟੀ ਸੀਗੀ, ਔਰ ਉਸ ਤੋਂ ਬਾਅਦ ਫਿਰ ਉਹਦੇ ਉੱਤੇ ਟੈਕਸ ਸੀਗਾ, ਲੈਟ ਅਸ ਸੇ 10% ਜਾਂ 7% ਟੈਕਸ ਸੀਗਾ। 25 ਤੋਂ 30 'ਚ ਆਉਂਦੀ ਸੀ, ਉਹ ਹੁਣ 18 'ਚ ਆ ਗਈ। ਤਾਂ ਅਸੀਂ ਦੇਖਿਆ ਜਾਏ ਤਾਂ ਰੇਟ ਘਟਿਆ ਹੀ ਹੈ। ਹਾਂ, ਹੋਰ ਵੀ ਇਹਦੇ 'ਚ ਗੁੰਜਾਇਸ਼ ਹੋਣੀ ਚਾਹੀਦੀ ਹੈ, ਔਰ ਇਹ ਹੋਏਗੀ ਵੀ। ਮੇਰੇ ਖਿਆਲ ਸਰਕਾਰ ਇਸ ਸ਼ਸ਼ੋਪੰਜ 'ਚ ਹੈ ਕਿ ਕਿਸ ਲੈਵਲ ਦੇ ਉੱਤੇ ਇਹਨੂੰ ਸੈਟਲ ਕੀਤਾ ਜਾਏ। ਮੇਬੀ 12 ਔਰ 16 ਦੇ ਦਰਮਿਆਨ 15% ਇੱਕ ਐਸਾ ਟੈਕਸ ਰੇਟ ਨਿਕਲ ਰਿਹਾ ਹੈ ਜਿਹੜਾ ਕਿ ਕਾਮਨ ਆ ਸਕਦਾ ਹੈ, ਜਿਹਦੇ 'ਚ 18 ਔਰ 12 ਨੂੰ ਹਟਾ ਕੇ 15 ਕੀਤਾ ਜਾਏ। ਚਲੋ ਠੀਕ ਹੈ ਸਰ, ਥੈਂਕ ਯੂ। ਤੇ ਦੋਸਤੋ, ਇਹ ਸੀਗੇ CA ਭਾਟੀਆ ਜੀ ਤੇ ਨਰੂਲਾ ਜੀ, ਜਿਨ੍ਹਾਂ ਨੇ ਐਜ਼ ਏ GST ਤੇ ਸਾਨੂੰ ਆਪਣੀ ਐਕਸਪਰਟ ਦੀ ਰਾਏ ਦਿੱਤੀ, ਔਰ ਬਹੁਤ ਸਾਰੀਆਂ ਜਿਹੜੀਆਂ ਕੁਐਰੀਜ਼ ਸੀਗੀਆਂ, ਜਿਹੜੀ ਲੋਕਾਂ ਵੱਲੋਂ ਟੈਕਸ ਪੇਅਰਸ ਵੱਲੋਂ ਸੀਗੀਆਂ, ਕਨਫਿਊਜ਼ਨਸ ਸੀਗੀਆਂ ਆਏ ਦਿਨ ਹੋਣ ਵਾਲੇ ਚੇਂਜਸ ਨੂੰ ਲੈ ਕੇ। ਸੋ ਬਹੁਤ ਸਾਰੀਆਂ ਕਨਫਿਊਜ਼ਨਸ ਦੇ ਅਸੀਂ ਇਹਨਾਂ ਤੋਂ ਸਵਾਲ ਪੁੱਛੇ, ਜਿਨ੍ਹਾਂ ਦਾ ਇਹਨਾਂ ਨੇ ਜਵਾਬ ਵੀ ਦਿੱਤਾ, ਔਰ ਅਸੀਂ ਉਮੀਦ ਕਰਦੇ ਹਾਂ ਕਿ ਇਹਨਾਂ ਦੇ ਜਵਾਬ ਜਿਹੜੇ ਆ ਉਹ ਟੈਕਸ ਪੇਅਰ ਨੂੰ ਤਸੱਲੀ ਦੇਣਗੇ, ਉੱਥੇ ਪ੍ਰੋਫੈਸ਼ਨਲਸ ਨੂੰ ਵੀ ਤਸੱਲੀ ਦੇਣਗੇ। ਸੋ ਇੱਦਾਂ ਹੀ
ਅਲੱਗ-ਅਲੱਗ ਮੁੱਦਿਆਂ ਤੇ ਅਲੱਗ-ਅਲੱਗ ਟੈਕਸੇਸ਼ਨ ਲਈ ਜੇ ਹੋਰ ਵੀ ਤੁਹਾਡੇ ਕੋਈ ਸਵਾਲ ਹੈਗੇ ਆ ਤੁਸੀਂ ਸਾਨੂੰ ਜ਼ਰੂਰ ਇਨਬਾਕਸ ਦੇ ਵਿੱਚ ਪਾਓ, ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਜਿਹੜੇ ਹੈਗੇ ਆ ਇਸ ਜਿਹੜੇ ਐਕਸਪਰਟਸ ਦੀ ਰਾਏ ਦਾ ਫਾਇਦਾ ਚੱਕ ਸਕਣ। ਸੋ ਇੱਦਾਂ ਹੀ ਮਿਲਦੇ ਰਹਾਂਗੇ, ਦੇਖਦੇ ਰਹੋ, ਬਨੇ ਰਹੋ। ਜਨ ਹਿਤੈਸ਼ੀ। ਧੰਨਵਾਦ।